ਡਾਕਟਰ ਮਿਗਲਾਨੀ ਮੇਰੇ ਨਾਲ ਨੇ ਔਰ ਉਹ ਗੱਲਬਾਤ ਕਰਨਗੇ ਕਿ ਐਡਿਕਸ਼ਨਸ ਦੇ ਮਤਲਬ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਘਰਾਂ 'ਚ ਬੰਦ ਰਹੇ ਨੇ, ਮੈਂਟਲ ਹੈਲਥ ਤੇ ਐਡਿਕਸ਼ਨਸ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ। ਹੁਣ ਬਾਕੀ ਦੀਆਂ ਭੁੱਖਮਰੀ ਦੀਆਂ, ਗਰੋਸਰੀ ਦੀਆਂ ਅਤੇ ਹੋਰ ਤਾਂ ਅਸੀਂ ਬਹੁਤ ਸਾਰੀਆਂ ਕਈ ਸਮੱਸਿਆਵਾਂ ਦਾ ਹੱਲ ਲੱਭ ਲਿਆ, ਲੇਕਿਨ ਜਿਹੜੀ ਮਾਨਸਿਕ ਸਿਹਤ ਹੈ ਅਤੇ ਐਡਿਕਸ਼ਨਸ ਨੇ ਇਸ ਦੇ ਮਤਲਬ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਗਰੁੱਪਸ ਨੂੰ, ਕਈ ਪਰਿਵਾਰਾਂ ਨੂੰ। ਡਾਕਟਰ ਬੌਬੀ ਮਿਗਲਾਨੀ ਦੱਸਣਗੇ ਕਿ ਹੁਣ ਇਸ ਸਿਚੁਏਸ਼ਨ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ। ਡਾਕਟਰ ਮਿਗਲਾਨੀ, ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ। ਗੁੱਡ ਮਾਰਨਿੰਗ। ਮਿਸਟਰ ਸਥਿੰਦ, ਪਹਿਲਾਂ ਤਾਂ ਤੁਹਾਡਾ ਅਤੇ ਰੈਡ ਐਫਐਮ ਦੀ ਟੀਮ ਦਾ ਧੰਨਵਾਦ ਜੀ ਕਿ ਤੁਸੀਂ ਮੈਨੂੰ ਆਪਣੇ ਸ਼ੋਅ 'ਤੇ ਫਿਰ ਆਉਣ ਦਾ ਨਿਯੋਤਾ ਦਿੱਤਾ, ਅਤੇ ਨਾਲ ਹੀ ਤੁਹਾਡੇ ਸੁਣਨ ਵਾਲਿਆਂ ਨੂੰ ਜੀ ਮੇਰੇ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਇਹ ਜਿਹੜੀ ਐਡਿਕਸ਼ਨ ਹੈ ਇਹ ਬਿਮਾਰੀ ਹੈ ਜਾਂ ਕਿ ਇਹ ਆਦਤ ਬਣ ਜਾਂਦੀ ਹੈ? ਹਾਂਜੀ ਮਿਸਟਰ ਸੈਨ, ਆਪਾਂ ਐਡਿਕਸ਼ਨ ਉਸ ਪੜਾਅ ਨੂੰ ਕਹਿੰਦੇ ਹਾਂ ਜਦੋਂ ਕਿਸੇ ਵੀ ਆਪਾਂ ਸਬਸਟੈਂਸ ਜਾਂ ਪ੍ਰੋਸੈਸ ਜਿਹਦੇ ਜਿੱਦਾਂ ਗੈਂਬਲਿੰਗ ਜਾਂ ਵੀਡੀਓ ਗੇਮ ਵਰਗੀਆਂ ਚੀਜ਼ਾਂ ਸ਼ਾਮਲ ਨੇ, ਉਹਦਾ ਕੋਈ ਵੀ ਪੇਸ਼ੈਂਟ ਜੇ ਕੰਪਲਸਿਵ ਯੂਜ਼ ਕਰਨ ਲੱਗ ਪਏ ਅਤੇ ਉਹਦੇ 'ਤੇ ਫਿਰ ਉਹਦਾ ਕੰਟਰੋਲ ਲੂਜ਼ ਕਰ ਜਾਏ, ਚਾਹੇ ਕਿ ਉਹਨੂੰ ਇਹਦੇ ਨਾਲ ਹਾਨੀਕਾਰਕ ਨਤੀਜੇ ਵੀ ਜਾਂ ਕੌਨਸੀਕੁਐਂਸਿਸ ਵੀ ਪੈਦਾ ਹੋਣ। ਸੋ ਇਹਨੂੰ ਆਮ ਤੌਰ 'ਤੇ 3 C's ਆਫ ਐਡਿਕਸ਼ਨ ਕਿਹਾ ਜਾਂਦਾ ਮੈਡੀਸਨ, ਜਿੱਦਾਂ ਕਿ ਪਹਿਲਾ ਸੀ ਹੋ ਗਿਆ ਕੰਪਲਸਿਵ ਯੂਜ਼, ਦੂਜਾ ਹੋ ਗਿਆ ਲਾਸ ਆਫ ਕੰਟਰੋਲ ਦਾ ਸੀ, ਅਤੇ ਤੀਜਾ ਹੋ ਗਿਆ ਜਿਹੜੇ ਕੌਨਸੀਕੁਐਂਸਿਸ ਦੇ ਹੋਣ ਦੇ ਬਾਵਜੂਦ ਯੂਜ਼ ਕਰਨਾ। ਸੋ ਇਹਦੇ ਜਿਹੜਾ ਉਸ ਇੰਡੀਵਿਜੂਅਲ ਜਾਂ ਪੇਸ਼ੈਂਟ ਦਾ ਜਿਹੜਾ ਸਭ ਤੋਂ ਢੁਕਵਾਂ ਜਾਂ ਕੋਰ ਫੀਚਰ ਜਿਹਨੂੰ ਅਸੀਂ ਮੰਨਦੇ ਹਾਂ ਉਹ ਹੈਗਾ ਜੀ ਲਾਸ ਆਫ ਕੰਟਰੋਲ। ਪਰ ਜਿਹੜਾ ਉਹਨਾਂ ਦੇ ਲਵਡ ਵਨਸ, ਪਰਿਵਾਰ ਜਾਂ ਸੁਸਾਇਟੀ ਉੱਤੇ ਜਿਹੜਾ ਸਭ ਤੋਂ ਜ਼ਿਆਦਾ ਜਿਹਦਾ ਇਫੈਕਟ ਪੈਂਦਾ ਉਹ ਹੈਗਾ ਉਹ ਜਿਹੜੇ ਕੌਨਸੀਕੁਐਂਸਿਸ ਹੁੰਦੇ, ਜਿੱਦਾਂ ਕਿਸੇ ਨੇ ਕਰਜ਼ੇ ਚਲੇ ਜਾਣਾ ਜਾਂ ਡੋਮੈਸਟਿਕ ਅਬਿਊਜ਼ ਦੇ ਮੁੱਦੇ ਪੈਦਾ ਹੋ ਜਾਣਾ ਜਾਂ ਜਿੱਦਾਂ ਕਿ ਪੁਲਿਸ ਨਾਲ ਟਰਬਲ ਹੋ ਜਾਣੀ। ਸੋ ਇਹ ਐਡਿਕਸ਼ਨ ਹੈ। ਮੈਂ ਕਿਹਾ ਤੁਸੀਂ ਪੁੱਛ ਰਹੇ ਸੀ ਕਿ ਇਹ ਬਿਮਾਰੀ ਹੈ ਜਾਂ ਹਾਂਜੀ, ਇਹ ਆਦਤ ਪੈ ਜਾਂਦੀ। ਕਈ ਲੋਕ ਕਹਿੰਦੇ ਇਹਨੂੰ ਸ਼ਰਾਬ ਪੀਣ ਦੀ ਆਦਤ ਹੈ, ਇਹਨੂੰ ਫੀਮ ਖਾਣ ਦੀ ਆਦਤ ਹੈ, ਇਹਨੂੰ ਨਸ਼ਾ ਕਰਨ ਦੀ ਆਦਤ ਹੈ। ਇਹ ਆਦਤ ਹੈ ਜਾਂ ਕਿ ਬਿਮਾਰੀ ਹੈ? ਦੇਖੋ, ਵੈਸੇ ਮਿਸਟਰ ਸਿੰਧ, ਇਹ ਆਪਣੇ ਆਪ 'ਤੇ ਇੱਕ ਬੜਾ ਸੌਖਾ ਜਿਹਾ ਸਵਾਲ ਹੈ ਵੀ, ਪਰ ਇਸ ਵਾਦ ਵਿਵਾਦ ਦੇ ਇਸ਼ੂ ਪਿੱਛੇ ਹੀ ਇਹ ਮੇਰੇ ਹਿਸਾਬ ਨਾਲ ਇਹ ਫੀਲਡ ਵਿਕਸਿਤ ਨਹੀਂ ਹੋ ਸਕਿਆ ਇੰਨੀ ਦੇਰ, ਕਿਉਂਕਿ ਇਹਨੂੰ ਬਹੁਤ ਚਿਰ ਤੱਕ ਅਸੀਂ ਲਾਅ ਐਂਡ ਆਰਡਰ ਪ੍ਰੋਬਲਮ ਮੰਨ ਕੇ ਹੀ ਚੱਲਦੇ ਰਹੇ ਹਾਂ। ਪਰ ਹੁਣ ਜਿਹੜੀ ਮੈਡੀਕਲ ਸਾਇੰਸ ਹੈ ਉਹਦੇ ਹਿਸਾਬ ਨਾਲ ਜਿਹੜੀ ਉਹਦੀ ਕਲਾਸੀਫਿਕੇਸ਼ਨ ਹੈ ਉਹਦੇ ਨਾਲ ਹੁਣ ਇਹ ਜਿਹੜੀ ਰਿਸਰਚ ਉਹ ਕਲੀਅਰ ਕਰਦੀ ਹੈ ਜੀ ਕਿ ਇਹ ਡਿਜ਼ੀਜ਼ ਹੀ ਹੈ। ਇਹ ਉਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਕੋਈ ਵੀ ਕਰੋਨਿਕ ਬਿਮਾਰੀ ਕਿਸੇ ਨੂੰ ਲੱਗ ਜਾਂਦੀ, ਜਿੱਦਾਂ ਹਾਰਟ ਡਿਜ਼ੀਜ਼, ਡਾਇਬੀਟੀਜ਼ ਜਾਂ ਕੈਂਸਰ। ਮੈਡੀਕਲ ਸਾਇੰਸ ਨੇ ਤਾਂ ਇਹ ਵੀ ਸਪਸ਼ਟ ਕੀਤਾ ਹੈ ਜੀ ਕਿ ਜਿੱਦਾਂ ਇਹਦੇ 'ਚ ਜੈਨੇਟਿਕਸ ਦਾ ਆਲਮੋਸਟ 50% ਤਕਰੀਬਨ ਅੱਧੋ ਅੱਧ ਰੋਲ ਪਲੇ ਕਰਦੀ, ਅਤੇ ਅੱਗੇ ਜਾ ਕੇ ਜਿਹੜੀਆਂ ਬ੍ਰੇਨ ਚੇਂਜਿਸ ਹੁੰਦੀਆਂ ਹੈ ਉਹ ਵੀ ਡਿਜ਼ੀਜ਼ ਮਾਡਲ ਨੂੰ ਹੀ ਪ੍ਰੂਵ ਕਰਦੀਆਂ। ਸੋ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਇਹ ਡਿਜ਼ੀਜ਼ ਹੈ। ਪਰ ਦੇਖੋ, ਆਮ ਜਨਤਾ ਜਾਂ ਆਮ ਲੋਕਾਂ 'ਚ ਹਾਲੇ ਵੀ ਇਹਨੂੰ ਡਿਜ਼ੀਜ਼ ਮੰਨਣਾ ਇਹ ਮੇਰੇ ਖਿਆਲ ਇਹ ਲੋਕਾਂ ਲਈ ਹਾਲੇ ਇਹ ਕਲੀਅਰ ਨਹੀਂ ਹੈ। ਤੁਹਾਡੇ ਕੋਲ ਉੱਥੇ ਸਰੀ 'ਚ ਕੰਮ ਕੀਤਾ ਅਤੇ ਬਹੁਤ ਦੇਰ ਮੈਂ ਦੇਖਿਆ ਵੀ 2 ਇਸ਼ੂ ਆਪਸ 'ਚ ਜੁੜੇ ਹੋਏ ਸੀਗੇ। ਇੱਕ ਤਾਂ ਇਹ ਸੀਗਾ ਕਿ ਇਹਦੇ ਚੋਇਸ ਦਾ ਕੰਪੋਨੈਂਟ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਇਹਦੀ ਸ਼ੁਰੂਆਤ ਹੁੰਦੀ ਹੈ ਅਤੇ ਉਹ ਕਿਸੇ ਵੀ ਇੰਡੀਵਿਜੂਅਲ ਦੀ ਚੋਇਸ ਅਤੇ ਉਹਦੇ ਇਨਵਾਇਰਮੈਂਟ ਉਹਦੇ 'ਚ ਬੜਾ ਵੱਡਾ ਹੱਥ ਹੈ। ਉਸ ਤੋਂ ਬਾਅਦ ਜਦੋਂ ਬਿਮਾਰੀ ਵਿਕਸਿਤ ਹੋ ਜਾਂਦੀ ਹੈ, ਐਡਵਾਂਸ ਹੋ ਜਾਂਦੀ ਹੈ ਜੀ, ਉਦੋਂ ਇਹ ਜਿਹੜੇ ਬ੍ਰੇਨ ਦੇ ਕਨੈਕਸ਼ਨ ਜਿਹੜੇ ਕਿ ਰਿਵਾਰਡ ਸਿਸਟਮ ਦੇ, ਸਾਡੇ ਬ੍ਰੇਨ ਦੇ ਰਿਵਾਰਡ ਸਿਸਟਮ ਨੂੰ ਇਨਫਲੂਐਂਸ ਕਰਦੇ ਹੈ, ਸਾਡੀ ਮੋਟੀਵੇਸ਼ਨ ਨੂੰ ਇਨਫਲੂਐਂਸ ਕਰਦੇ ਹੈ, ਇਹ ਸਭ ਡੈਮੇਜ ਹੋ ਜਾਂਦੇ ਜੀ। ਜੇ ਫਿਰ ਆਪਾਂ ਡਿਜ਼ੀਜ਼ ਮਾਡਲ ਲੈ ਕੇ ਚੱਲੀਏ ਤਾਂ ਜਿੱਦਾਂ ਸਾਡੀ ਚੋਇਸਿਸ ਹੋਰ ਵੀ ਡਿਜ਼ੀਜ਼, ਜਿੱਦਾਂ ਆਪਾਂ ਹੁਣੇ ਹਾਰਟ ਡਿਜ਼ੀਜ਼ ਜਾਂ ਡਾਇਬੀਟੀਜ਼ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਕੁਝ ਤਰ੍ਹਾਂ ਦੇ ਈਵਨ ਕੈਂਸਰ ਵੀ, ਉਹ ਵੀ ਸਾਡੀ ਚੋਇਸਿਸ 'ਤੇ ਨਿਰਭਰ ਹੈ। ਜਿੱਦਾਂ ਅਸੀਂ ਡਾਇਟ, ਐਕਸਰਸਾਈਜ਼, ਸਨ ਐਕਸਪੋਜਰ, ਇਹੋ ਜਿਹੀਆਂ ਚੀਜ਼ਾਂ ਦੀ ਜੋ ਚੋਇਸ ਕਰਦੇ ਹਾਂ ਉਹ ਉਹਨੂੰ ਇਨਫਲੂਐਂਸ ਕਰਦੇ ਹਾਂ ਅੰਡਰਲਾਈਨ ਡਿਜ਼ੀਜ਼ ਨੂੰ। ਦੂਜਾ ਜਿਹੜਾ ਮੈਂ ਦੇਖਿਆ ਉਹ ਸਾਡਾ ਖਾਸ ਕਰਕੇ ਜਿਹੜਾ ਮੈਂ ਆਪਣੀ ਪੰਜਾਬੀ ਕਮਿਊਨਿਟੀ ਦੇਖਦਾ ਸੀਗਾ, ਉਹ ਇਹਨੂੰ ਹਲੇ ਵਿਲ ਪਾਵਰ ਦਾ ਇਸ਼ੂ ਮੰਨ ਕੇ ਚੱਲਦੇ। ਇਹ ਤਾਂ ਸਿਰਫ ਲੈਕ ਆਫ ਵਿਲ ਪਾਵਰ ਹੈ ਡਾਕਟਰ ਸਾਹਿਬ। ਇਹ ਤਾਂ ਜੇ ਵਿਲ ਪਾਵਰ ਰੱਖੇ ਤਾਂ ਇਹ ਤਾਂ ਕੋਈ ਵੱਡੀ ਗੱਲ ਨਹੀਂ। ਪਰ ਇੱਥੇ ਫਿਰ ਗੱਲ ਉਹੀ ਆ ਜਾਂਦੀ ਸੀ ਕਿ ਜਦੋਂ ਇਹ
ਸ਼ੁਰੂਆਤ 'ਚ ਚੋਇਸ ਤੇ ਬਿਹੇਵੀਅਰ ਇਹ ਜੁੜੇ ਹੁੰਦੇ ਹੈ, ਪਰ ਅੱਗੇ ਜਾ ਕੇ ਜਦੋਂ ਬ੍ਰੇਨ ਦਾ ਫਿਰ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਤਾਂ ਅਗੇਨ ਵਿਲ ਪਾਵਰ ਵੀ ਜਿਹੜੀਆਂ ਆਪਣੀ ਬ੍ਰੇਨ ਦੀਆਂ ਚੀਜ਼ਾਂ ਨਾਲ ਸੰਬੰਧਿਤ ਹੈ, ਜਿੱਦਾਂ ਰਿਵਾਰਡ, ਮੋਟੀਵੇਸ਼ਨ, ਮੈਮਰੀ, ਉਹ ਸਾਰੇ ਟਰੈਕ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਸੋ ਇਸ ਕਰਕੇ ਇਹਨੂੰ ਆਪਾਂ ਬਿਮਾਰੀ ਦਾ ਹੀ ਹੁਣ ਰੂਪ ਮੰਨ ਕੇ ਚੱਲਦੇ ਹਾਂ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਵੀ ਐਡਿਕਸ਼ਨਸ ਦੇ ਵਿੱਚ ਜੈਨੇਟਿਕਸ ਦਾ ਕਿੰਨਾ ਕੁ ਰੋਲ ਹੈ? ਜਿਹੜੀ ਇਨਵਾਇਰਮੈਂਟ ਦੇ ਵਿੱਚ ਜਿਹੜੇ ਨੁਕਸਾਨਦੇਹ ਚੀਜ਼ਾਂ ਨੇ ਉਹਨਾਂ ਦਾ ਅਸਰ ਪੈਂਦਾ ਜਾਂ ਕਿ ਪਿਤਾ ਪੁਰਖੀ ਬਿਮਾਰੀ ਹੈ? ਹਾਂਜੀ ਮਿਸਟਰ ਥਿੰਦ, ਇਹ ਵੀ ਬੜਾ ਇੰਪੋਰਟੈਂਟ ਵਿਸ਼ਾ ਸਮਝਣ ਨੂੰ ਇਸ ਐਡਿਕਸ਼ਨ ਦੇ ਫੀਲਡ ਵਿੱਚ, ਕਿ ਇਹ ਇਕੱਲਾ ਸਿਰਫ ਇਨਵਾਇਰਮੈਂਟ ਦਾ ਇਹਦੇ 'ਚ ਰੋਲ ਨਹੀਂ। ਇਨਵਾਇਰਮੈਂਟ ਦਾ ਰੋਲ ਤਾਂ ਜ਼ਰੂਰ ਹੈ, ਪਰ ਇਹਦੇ 'ਚ ਜੈਨੇਟਿਕਸ ਆਲਮੋਸਟ ਅੱਧੋ ਅੱਧ ਰੋਲ ਪਲੇ ਕਰਦੀ ਹੈ ਜੀ। ਤਾਂ ਇਹਦੀਆਂ ਸਾਡੇ ਕੋਲ ਸਭ ਤੋਂ ਜ਼ਿਆਦਾ ਜਿਹੜੀਆਂ ਪ੍ਰੂਵ ਕਰਦੀਆਂ ਸਟੱਡੀਜ਼ ਆਈਆਂ ਨੇ ਉਹ ਐਲਕੋਹਲ ਯੂਜ਼ ਡਿਸਆਰਡਰ 'ਤੇ ਆਈਆਂ ਹੈ, ਮਤਲਬ ਸ਼ਰਾਬ ਦਾ ਜਿਹੜਾ ਡਿਜ਼ੀਜ਼ ਹੋ ਜਾਂਦਾ। ਅਤੇ ਇਹ ਜਿਹੜਾ ਸਾਡਾ ਡੇਟਾ ਹੈ ਉਹ ਉੱਥੋਂ ਸਕੈਂਡੀਨੇਵੀਅਨ ਕੰਟਰੀਜ਼ ਤੋਂ ਬਹੁਤ ਆਇਆ ਹੈ। ਇਹਨਾਂ ਨੇ ਕੀ ਕੀਤਾ ਕਿ ਜਿਹੜੇ ਆਪਣੇ ਆਈਡੈਂਟੀਕਲ ਟਵਿਨਸ ਹੁੰਦੇ ਆ, ਜਿਹੜੇ ਆਈਡੈਂਟੀਕਲ ਜੋੜੇ ਹੁੰਦੇ ਆਪਾਂ ਮੈਡੀਸਨ 'ਚ ਮੋਨੋਜ਼ਾਈਗੋਟਿਕ ਟਵਿਨ ਕਹਿੰਦੇ ਹਾਂ ਵੀ ਇੱਕੋ ਐਂਬਰੀਓ ਤੋਂ ਬਣੇ, ਉਹਨਾਂ 'ਤੇ ਸਟੱਡੀ ਕੀਤੀ। ਹੁਣ ਇਹਨਾਂ ਦੇ ਜਿੱਦਾਂ ਡੈਨਮਾਰਕ, ਸਵੀਡਨ, ਨਾਰਵੇ, ਇਹੋ ਜਿਹੇ ਮੁਲਕਾਂ 'ਚ ਕੁਝ ਖਾਸ ਚੀਜ਼ਾਂ ਜਿਹੜੀਆਂ ਅਮਰੀਕਾ ਵਰਗੇ ਮੁਲਕ 'ਚ ਨਹੀਂ ਹੈ, ਉਹ ਇਹ ਕਿ ਇੱਕੋ ਹੈਲਥ ਕੇਅਰ ਸਿਸਟਮ ਹੈ। ਬੜੇ ਮੈਟੀਕੂਲਸ ਰੈਕਰਡਸ ਉਹਨਾਂ ਨੇ ਰੱਖੇ ਹੋਏ, ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਮਰਨ ਤੱਕ ਕਿਸੇ ਦਾ ਰੈਕਰਡ ਉਹਨਾਂ ਦੇ ਹੈਲਥ ਕੇਅਰ ਸਿਸਟਮ 'ਚ ਹੈ। ਤਾਂ ਉਹਨਾਂ ਨੇ ਐਸੇ ਇੱਕ ਦੋ ਨਹੀਂ ਕਈ ਸੈਂਕੜੇ ਹੀ ਜੋੜੇ ਬੱਚੇ ਲੱਭੇ ਜਿਹੜੇ ਕਿ ਫॉर ਵਾਟ ਐਵਰ ਰੀਜ਼ਨ ਉਹ ਜਨਮ ਤੋਂ ਹੀ ਅੱਡ ਹੋ ਗਏ ਆਪਣੇ ਬਾਇਓਲੋਜੀਕਲ ਫੈਮਿਲੀ ਤੋਂ। ਟਵਿਨ ਇੱਕ ਘਰ 'ਚ ਚਲਾ ਗਿਆ, ਦੂਜਾ ਟਵਿਨ ਕਿਸੇ ਹੋਰ ਘਰ 'ਚ ਚਲਾ ਗਿਆ। ਸੋ ਜਦੋਂ ਤੁਸੀਂ ਇਹਨਾਂ ਦੇ ਫਿਰ ਸਟੈਟਿਸਟਿਕ ਦਾ ਖੁਲਾਸਾ ਕਰਦੇ ਹੋ, ਐਨਾਲਿਸਿਸ ਕਰਦੇ ਹੋ ਅੱਗੇ ਜਾ ਕੇ, ਉਹ ਤੋਂ ਇਹ ਬੜਾ ਸਪਸ਼ਟ ਹੋਇਆ ਜੀ ਕਿ ਜੈਨੇਟਿਕਸ ਜੇ ਬੱਚੇ 'ਚ ਪ੍ਰੈਜ਼ੈਂਟ ਹੈ ਤਾਂ ਬਸ ਉਹ ਸਿਰਫ ਇੱਕ ਰਾਈਟ ਟਾਈਮ 'ਤੇ ਇੱਕ ਐਸਾ ਇਨਵਾਇਰਮੈਂਟ ਜੇ ਉਹਨੂੰ ਮਿਲ ਜਾਏ ਤਾਂ ਉਹਦੇ ਨਾਲ ਫਿਰ ਇਹ ਬਿਮਾਰੀ ਹੋ ਕੇ ਰਹਿੰਦੀ ਹੈ ਜੀ। ਤਾਂ ਉਹਨਾਂ ਨੇ ਇਹਦੇ ਨਾਲ ਕਈ ਫੈਕਟਰ ਜਿੱਦਾਂ ਇਨਵਾਇਰਮੈਂਟ, ਸੋਸ਼ੀਓ ਇਕਨੋਮਿਕ ਫੈਕਟਰਸ, ਐਕਸਪੋਜ਼ਰ ਟੂ ਡਰੱਗ ਯੂਜ਼, ਇੱਦਾਂ ਦੇ ਈਵਨ ਇੱਥੋਂ ਤੱਕ ਕਿ ਐਜੂਕੇਸ਼ਨਲ ਲੈਵਲ ਆਫ ਦਾ ਫੈਮਿਲੀ, ਇਹ ਸਭ ਵੇਰੀਏਬਲ ਉਹਨਾਂ ਨੇ ਸਟੱਡੀ ਕੀਤੇ ਅਤੇ ਇਹਨੂੰ ਕੱਢ ਕੇ ਦੇਖਿਆ। ਪਰ ਇਹ ਅਗੇਨ ਜਿਹਨੂੰ ਆਪਾਂ ਡਿਜ਼ੀਜ਼ ਮਾਡਲ ਕਹਿ ਰਹੇ ਸੀ, ਇਹ ਉੱਤੇ ਢੁਕਵਾਂ ਪੈਂਦਾ ਹੈ, ਕਿਉਂਕਿ ਉਹ ਜਿੱਦਾਂ ਡਾਇਬੀਟੀਜ਼ ਹੈ ਉਹਦਾ ਵੀ ਜਦੋਂ ਖੁਲਾਸਾ ਕਰਦੇ ਹਾਂ ਆਪਾਂ ਟਵਿਨ ਬੱਚਿਆਂ 'ਚ, ਤਾਂ ਇਹੀ ਆਉਂਦਾ ਹੈ ਕਿ ਜੀਨਸ ਜਿਹੜੇ ਹੈਗੇ ਉਹ ਜੇ ਪ੍ਰੈਜ਼ੈਂਟ ਹੋਣ ਤਾਂ ਦੇ ਆਰ ਵੇਟਿੰਗ ਫॉर ਦ ਰਾਈਟ ਐਨਵਾਇਰਨਮੈਂਟ ਟੂ ਕਮ ਅਲੋਂਗ, ਅਤੇ ਜਿੱਦਾਂ ਤੁਹਾਨੂੰ ਫਿਰ ਉਹ ਬਿਮਾਰੀ ਹੋ ਸਕਦੀ ਹੈ। ਇਹ ਜਿਹੜੀ ਐਡਿਕਸ਼ਨ ਦਾ ਸਿਲਸਿਲਾ ਸਾਰਾ, ਇਹ ਬਿਮਾਰੀ ਸਮਝ ਲਓ, ਇਲਨੈਸ ਸਮਝ ਲਓ ਇਹਨੂੰ, ਇਹ ਟੀਨਏਜਰਸ ਅਤੇ ਔਰਤਾਂ ਦੇ ਵਿੱਚ ਵੱਧ ਘੱਟ ਹੈ ਜਾਂ ਕਿ ਐਡਲਟ ਮੇਲ ਐਡਲਟਸ ਜਿੰਨੀ ਹੀ ਹੈ? ਇਹ ਮਿਸਟਰ ਥਿੰਦ ਇਹ ਵੀ ਇੱਕ ਇੰਪੋਰਟੈਂਟ ਇਸ਼ੂ ਹੈ। ਟੀਨਏਜਰਸ ਜਿਹੜੇ ਹੈ ਉਹ ਟੀਨਏਜਰਸ ਅਤੇ ਇਨਫੈਕਟ ਔਰਤਾਂ ਦੋਨਾਂ ਨੂੰ ਅਸੀਂ ਇਹਦੇ 'ਚ ਨਾ ਵਲਨਰੇਬਲ ਪਾਪੂਲੇਸ਼ਨ ਮੰਨਦੇ ਹਾਂ। ਟੀਨਏਜਰਸ ਤਾਂ ਖਾਸ ਕਰਕੇ ਜੇ ਤੁਸੀਂ ਆਪਾਂ ਦੇਖੀਏ ਤਾਂ ਤਕਰੀਬਨ 10 ਵਿੱਚੋਂ 9 ਪੇਸ਼ੈਂਟ ਜਿਨ੍ਹਾਂ ਨੂੰ ਸੀਰੀਅਸ ਐਡਿਕਸ਼ਨ ਦਾ ਕੋਈ ਮੁੱਦਾ ਹੁੰਦਾ ਤਾਂ ਉਹਨਾਂ ਦੀ ਜੋ ਤੁਸੀਂ ਹਿਸਟਰੀ ਲੈਂਦੇ ਹੋ ਤਾਂ ਇਹੀ ਹੈ ਕਿ ਉਹ 18 ਸਾਲ ਤੋਂ ਪਹਿਲਾਂ ਉਹਨਾਂ ਦੀ ਐਡਿਕਸ਼ਨ ਆਮ ਤੌਰ 'ਤੇ ਸ਼ੁਰੂ ਹੀ ਹੁੰਦੀ ਹੈ। ਤਾਂ ਇਹਦੇ ਨਾਲ ਜਿਹੜੇ ਮੈਂਟਲ ਇਲਨੈਸ ਦੀ ਵੀ ਜੇ ਆਪਾਂ ਗੱਲ ਜੋੜੀਏ ਤਾਂ ਉਹ ਪੇਸ਼ੈਂਟ ਜਿਨ੍ਹਾਂ 'ਚ ਮੈਂਟਲ ਇਲਨੈਸ ਦਾ ਕੰਪੋਨੈਂਟ ਵੀ ਹੈ, ਉਹ ਆਮ ਤੌਰ 'ਤੇ ਤੁਸੀਂ ਦੇਖੋਗੇ ਕਿ 15 ਸਾਲ ਤੋਂ ਵੀ ਪਹਿਲਾਂ ਦੀ ਉਮਰ 'ਚ ਉਹਨਾਂ ਦੀ ਐਡਿਕਸ਼ਨ ਦਾ ਸ਼ੁਰੂ ਹੋਣ ਦਾ ਰੀਜ਼ਨ ਬਣ ਸਕਦੀ ਹੈ। ਅਤੇ ਜਿਨ੍ਹਾਂ 'ਚ ਮੈਂਟਲ ਇਲਨੈਸ ਹੈ ਉਹਨਾਂ 'ਚ ਐਡਿਕਸ਼ਨ ਹੋਣ ਦੇ ਚਾਂਸਿਸ 7 ਗੁਣਾ ਜ਼ਿਆਦਾ ਉਹਨਾਂ ਟੀਨਏਜਰਸ 'ਚ ਹੈਗੇ ਆ। ਸੋ ਵੈਸੇ ਤਾਂ ਮਲਟੀ ਪ੍ਰੋਂਗਡ ਅਪਰੋਚ ਦਾ ਜਿਹੜਾ ਜੇ ਟਰੀਟਮੈਂਟ ਦੀ ਆਪਾਂ ਗੱਲ ਕਰਾਂਗੇ ਤਾਂ ਹਰ ਪਾਪੂਲੇਸ਼ਨ 'ਚ ਜ਼ਰੂਰੀ ਹੈ, ਪਰ ਟੀਨਏਜਰਸ ਤਾਂ ਇਹ ਬਿਲਕੁਲ ਲਾਜ਼ਮੀ ਹੈ ਜੀ, ਜੇ ਕਿ ਪੇਰੈਂਟਸ, ਸਕੂਲ ਸਿਸਟਮ, ਈਵਨ ਇੱਥੋਂ ਤੱਕ ਕਿ ਕੋਚਸ ਅਤੇ ਉਹਨਾਂ ਦੀ ਜਿਹੜੀ ਮੈਡੀਕਲ ਟੀਮ ਹੈ ਉਹ ਵੀ ਇਕਜੁੱਟ ਹੋ ਕੇ ਇਹਨੂੰ ਕਰਨ। ਅਤੇ ਕੁਛ ਮੈਂ ਆਡੀਅנס ਲਈ ਇਹ ਕਹਿਣਾ ਚਾਹੁੰਦਾ ਕਿ ਵੈਸੇ ਤਾਂ ਇਹ ਕਾਮਨ ਸੈਂਸ ਦੇ ਸਾਈਨਸ ਹੈ, ਪਰ ਜੇ ਤੁਸੀਂ ਆਪਣੇ ਟੀਨਏਜਰ ਸਪੈਸ਼ਲੀ ਐਡੋਲੈਸੈਂਟ ਬੱਚਿਆਂ 'ਚ ਕੋਈ ਸਡਨ ਚੇਂਜਸ ਇਨ ਮੂਡ ਦੇਖੋ, ਸਕੂਲ ਗ੍ਰੇਡਸ ਦਾ ਸਡਨ ਚੇਂਜ ਹੋ ਜਾਣਾ ਜਾਂ ਡਰੋਪ ਹੋ ਜਾਣਾ, ਸਡਨ ਵੇਟ ਗੇਨ ਜਾਂ ਲਾਸ ਹੋਣਾ, ਜਾਂ ਬੱਚੇ ਦੀ ਪਰਸਨੈਲਿਟੀ ਜਿੱਦਾਂ ਚੇਂਜ ਹੋ ਜਾਣਾ, ਚੁੱਪ ਰਹਿਣ ਲੱਗ ਪੈਣਾ, ਆਈਸੋਲੇਟਡ ਹੋਣ ਲੱਗ ਪੈਣਾ, ਵਿਡਰੋ ਕਰ ਜਾਣਾ ਆਪਣੇ ਪਰਿਵਾਰ ਤੋਂ ਜਾਂ ਆਪਣੀਆਂ ਜਿਹੜੀਆਂ ਚੀਜ਼ਾਂ ਨੂੰ ਲਾਈਕ ਕਰਦੇ ਹੈ, ਤਾਂ ਇਹ ਸਾਰੇ ਕੰਸਰਨਿੰਗ ਸਾਈਨ ਹੈ। ਅਤੇ ਇਹ ਕਨਕਲੂਸਿਵ ਤਾਂ ਨਹੀਂ, ਪਰ ਇਹ ਬੜੇ ਕੇਸਿਸ 'ਚ ਇੰਡੀਕੇਟਿਵ ਹੋ ਸਕਦੇ ਕਿ ਉੱਥੇ ਐਡਿਕਸ਼ਨ ਦੀ ਪੋਸੀਬਿਲਿਟੀ ਹੈ।
ਅੱਛਾ ਡਾਕਟਰ ਸਾਹਿਬ, ਜੇ ਆਪਾਂ ਦੇਖਦੇ ਹਾਂ ਜੈਂਡਰ ਦੇ ਵਿੱਚ, ਹਾਂਜੀ ਕੀ ਔਰਤਾਂ ਦੀ ਐਡਿਕਸ਼ਨ ਜਿਹੜੀ ਆ ਉਹ ਬਹੁਤ ਜਲਦੀ ਐਡਿਕਟ ਹੋ ਜਾਂਦੀਆਂ ਨੇ ਮਰਦਾਂ ਦੀ ਬਜਾਏ? ਹਾਂਜੀ ਮਿਸਟਰ ਥਿੰਡ, ਇਹ ਵੀ ਮੈਂ ਇਹ ਜਿਹੜੀ ਰਿਸਰਚ ਹੈ ਉਹ ਇਸ ਫਿਨੋਮੀਨਾ ਨੂੰ ਟੈਲੀਸਕੋਪਿੰਗ ਕਹਿੰਦੇ ਆ ਜੀ। ਜਿੱਦਾਂ ਜੇ ਕਿਸੇ ਕੋਲ ਟੈਲੀਸਕੋਪ ਇੱਕ ਦੂਰਬੀਨ ਹੋਏ, ਜਿੱਦਾਂ ਪਰੇ ਦੀਆਂ ਚੀਜ਼ਾਂ ਦੂਰ ਦੀਆਂ ਚੀਜ਼ਾਂ ਨੂੰ ਨੇੜੇ ਲੈ ਆਉਂਦੀ ਹੈ, ਉਸੇ ਤਰ੍ਹਾਂ ਹੀ ਜਿਹੜੇ ਐਡਿਕਸ਼ਨ ਦੀ ਇਲਨੈਸ ਦੇ ਪਰੇ ਵਾਲੇ ਪੜਾਅ ਹੁੰਦੇ ਆ ਵੀ ਸੀਵੀਅਰ ਐਡਿਕਸ਼ਨ ਹੋ ਜਾਣਾ ਜਾਂ ਹੈਲਥ ਕੌਨਸੀਕੁਐਂਸਿਸ ਹੋ ਜਾਣਾ, ਜਿਹੜੇ ਨੈਗੇਟਿਵ ਮਾਈਲਸਟੋਨ ਜਿਨ੍ਹਾਂ ਨੂੰ ਆਪਾਂ ਲੈ ਕੇ ਮੰਨਾਂਗੇ, ਉਹ ਕਾਫੀ ਛੇਤੀ ਹੋ ਜਾਂਦੇ ਆ ਜੀ ਜੇ ਔਰਤਾਂ ਵਿੱਚ। ਤੇ ਔਰਤਾਂ ਵਿੱਚ ਜਿਹੜਾ ਸਭ ਤੋਂ ਮੇਜਰ ਇਸ਼ੂ ਹੈ, ਉਹ ਜਿਹੜਾ ਉਹਨਾਂ ਦੇ ਟਰੀਟਮੈਂਟ ਨੂੰ ਵੀ ਬਹੁਤ ਇੰਪੈਕਟ ਕਰਦਾ ਹੈ, ਉਹ ਹੈ ਕਿ ਉਹਨਾਂ 'ਚ ਆਮ ਤੌਰ 'ਤੇ ਜਿੰਨਾ ਸੀਰੀਅਸ ਐਡਿਕਸ਼ਨ ਹੈ, ਟਰਾਮਾ ਦੀ ਹਿਸਟਰੀ ਬਹੁਤ ਕਾਮਨ ਹੈ। ਇਹਦੇ ਨਾਲ ਦੂਜੀਆਂ ਸਮੱਸਿਆਵਾਂ ਵੀ ਜੁੜੀਆਂ, ਜਿੱਦਾਂ ਪ੍ਰੈਗਨੈਂਸੀ ਦਾ ਇਸ਼ੂ ਹੋ ਸਕਦਾ ਹੈ। ਔਰਤਾਂ ਦੇ ਟਰੀਟਮੈਂਟ 'ਚ ਆਮ ਤੌਰ 'ਤੇ ਆਪਣੇ ਬੱਚਿਆਂ ਤੋਂ ਅੱਡ ਨਹੀਂ ਰਹਿ ਸਕਦੀਆਂ ਜਾਂ ਨਹੀਂ ਹੋਣਾ ਚਾਹੁੰਦੀਆਂ। ਉਹਨਾਂ ਨੂੰ ਡਰ ਹੁੰਦਾ ਹੈ ਕਿ ਜੇ ਮੈਂ ਇਹ ਸਿਰਫ ਐਕਨੋਲੋਜੀ ਹੀ ਕਰ ਲਾਂ ਆਪਣੇ ਡਾਕਟਰ ਨੂੰ, ਤਾਂ ਕਿਤੇ ਇਹ ਤਾਂ ਨਹੀਂ ਕਿ ਮੇਰਾ ਬੱਚਾ ਮੇਰੇ ਤੋਂ ਖੁੰਝ ਜਾਏਗਾ। ਸੋ ਇਹ ਸਭ ਤੁਹਾਨੂੰ ਇਸ਼ੂਜ਼ ਨੂੰ ਆਪਣੇ ਮਾਈਂਡ 'ਚ ਰੱਖ ਕੇ ਇਸ ਪੋਪੂਲੇਸ਼ਨ ਦਾ ਟਰੀਟਮੈਂਟ ਸੋਚਣਾ ਪੈਂਦਾ ਹੈ। ਡਾਕਟਰ ਸਾਹਿਬ, ਜਦੋਂ ਵੀ ਐਡਿਕਸ਼ਨਸ ਦੀ ਗੱਲਬਾਤ ਕਰਦੇ ਆ ਡਾਕਟਰਸ ਜਿਹੜੀ ਆਪਸ ਵਿੱਚ ਬੋਲਦੇ ਆ, ਉਹਦੇ 'ਚ ਹਾਰਮ ਰਿਡਕਸ਼ਨ ਦੀ ਬੜੀ ਗੱਲ ਚੱਲਦੀ ਹੈ। ਹਾਰਮ ਰਿਡਕਸ਼ਨ ਕੀ ਹੈ? ਹਾਂਜੀ ਮਿਸਟਰ ਥਿੰਡ, ਦੇਖੋ ਜੇ ਆਪਾਂ ਹੁਣ ਇਹਨੂੰ ਇਕੱਲਾ ਲਾਅ ਆਰਡਰ ਦਾ ਮੁੱਦਾ ਨਾ ਲੈ ਕੇ ਚੱਲੀਏ ਤੇ ਇਹਨੂੰ ਆਪਾਂ ਇੱਕ ਡਿਜ਼ੀਜ਼ ਮਾਡਲ ਦੇ ਹਿਸਾਬ ਨਾਲ ਸੋਚੀਏ, ਪਰ ਇਹ ਵੀ ਸੋਚੀਏ ਕਿ ਜੇ ਆਪਾਂ ਪੇਸ਼ੈਂਟ ਨੂੰ ਉਹਦੇ ਲਾਸ ਆਫ ਕੰਟਰੋਲ ਤੇ ਆਪਾਂ ਕੰਮ ਕਰਨਾ ਹੈ, ਤਾਂ ਜਿਹੜੀ ਸੁਸਾਇਟੀ ਹੈ ਉਹਦੇ ਨਾਲ ਉਹਦੇ ਕੌਨਸੀਕੁਐਂਸਿਸ ਤੋਂ ਵੀ ਉਹਨੂੰ ਬਚਾਉਣਾ ਹੈ। ਤੇ ਇਸ ਕਰਕੇ ਇਹ ਜਿਹੜੀ ਪ੍ਰੈਗਮੈਟਿਕ ਸੁਲਝੀ ਹੋਈ ਇੱਕ ਅਪਰੋਚ ਹੈ ਜੀ ਕਿ ਆਪਾਂ ਐਡਿਕਸ਼ਨ ਨੂੰ ਤੇ ਉਹਦੇ ਜਿਹੜੇ ਡੈਟਰੀਮੈਂਟਲ ਮਾੜੇ ਕੌਨਸੀਕੁਐਂਸਿਸ ਹੈ, ਪਹਿਲਾਂ ਆਪਾਂ ਉਹਨਾਂ ਨੂੰ ਹੈਂਡਲ ਕਰੀਏ, ਤਾਂ ਕਿ ਉਹਨੂੰ ਆਪਾਂ ਜਿੱਥੇ ਪੇਸ਼ੈਂਟ ਹੈ ਆਪਾਂ ਉਹਨੂੰ ਉੱਥੇ ਮੀਟ ਕਰੀਏ। ਸੋ ਇਹਨੂੰ ਇੱਕ ਤਰ੍ਹਾਂ ਦੀ ਪ੍ਰੈਕਟੀਕਲ ਸਟ੍ਰੈਟਜੀ ਮੰਨਦੇ ਆ ਕਿ ਇਹਦੇ ਨਾਲ ਹੈਲਥ ਤੇ ਸੋਸਾਇਟੀ ਤੇ ਲੀਗਲ ਸਿਸਟਮ ਤੇ ਜਿਹੜਾ ਇਹਦਾ ਅਸਰ ਹੈ, ਜਿਹੜਾ ਬਰਡਨ ਹੈ, ਉਹਨੂੰ ਘਟਾਇਆ ਜਾਏ। ਉਸ ਸਟ੍ਰੈਟਜੀ ਨੂੰ ਉਹ ਆਮ ਤੌਰ 'ਤੇ ਹਾਰਮ ਰਿਡਕਸ਼ਨ ਸਟ੍ਰੈਟਜੀ ਕਹਿੰਦੇ ਆ। ਅਤੇ ਹੁਣ ਜਿਹੜੇ ਆਮ ਜਿਹੜੇ ਵਿਕਸਿਤ ਮੁਲਕਾਂ ਦੇ ਹੈਲਥ ਸਿਸਟਮ ਹੈ, ਉਹ ਇਹਦੇ ਬਾਰੇ ਕਬੂਲ ਕਰਦੇ ਆ ਜੀ ਕਿ ਇਹਨੂੰ ਆਪਾਂ ਵੀ ਕੈਨੋਟ। ਮੈਨੂੰ ਇਨਫੈਕਟ ਜਦੋਂ ਮੈਂ ਸਰੀ 'ਚ ਹੀ ਸੀਗਾ, ਇੱਕ ਪੁਲਿਸ ਆਫਿਸਰ ਨੇ ਕਿਹਾ ਕਿ ਡਾਕਟਰ ਵੀ ਕਾਂਟ ਅਰੈਸਟ ਆਰ ਵੇ ਆਊਟ ਆਫ ਦਿਸ ਪ੍ਰੋਬਲਮ, ਵੀ ਅਸੀਂ ਇਕੱਲਾ ਇਹਨੂੰ ਲਾਅ ਆਰਡਰ ਮੰਨ ਕੇ ਹੀ ਇਹਦਾ ਅਸੀਂ ਇਹਨੂੰ ਸੁਲਝਾ ਨਹੀਂ ਸਕਦੇ। ਡਾਕਟਰ ਸਾਹਿਬ, ਕੋਈ ਮਿਸਾਲ ਦੇ ਕੇ ਦੱਸ ਸਕਦੇ ਹੋ ਵੀ ਹਾਰਮ ਰਿਡਕਸ਼ਨ ਕਿਵੇਂ ਕੰਮ ਕਰਦਾ? ਹਾਂਜੀ ਜ਼ਰੂਰ, ਪਰ ਉਸ ਤੋਂ ਪਹਿਲਾਂ ਜੇ ਤੁਸੀਂ ਮੈਨੂੰ 1 ਮਿੰਟ ਦਿਓ, ਮੈਂ ਇੱਕ ਇੰਪੋਰਟੈਂਟ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜਿਹੜੀ ਆਈ ਥਿੰਕ ਹੋ ਸਕਦਾ ਹੈ ਕਿ ਸੁਣਨ ਵਾਲਿਆਂ ਨੂੰ ਥੋੜ੍ਹੀ ਹੈਲਪ ਕਰੇ। ਉਹ ਇਹ ਸੀਗਾ ਕਿ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਜੈਨੇਟਿਕ ਸਟੱਡੀਜ਼ ਦੱਸੀਆਂ ਸੀ, ਉਹਦੇ 'ਚੋਂ 2 ਜਿਹੜੇ ਏਜ ਗਰੁੱਪ ਸੀਗੇ ਨਾ, ਉਹਨਾਂ ਦੀ ਖਾਸ ਤੌਰ 'ਤੇ ਵਲਨਰੇਬਿਲਿਟੀ ਜ਼ਿਆਦਾ ਪਾਏਗੀ ਜੀ। ਇੱਕ ਤਾਂ ਆਪਾਂ ਐਡੋਲੈਸੈਂਟ ਦੀ ਗੱਲ ਕੀਤੀ, ਪਰ ਉਹਦੇ 'ਚੋਂ ਵੀ ਜਿਹੜਾ 16 ਤੋਂ 25 ਸਾਲ ਦਾ ਇੱਕ ਏਜ ਗਰੁੱਪ ਦੇਖਿਆ ਗਿਆ, ਅਤੇ ਫਿਰ ਉਸ ਤੋਂ ਬਾਅਦ ਇੱਕ 33 ਤੋਂ ਲੈ ਕੇ ਤਕਰੀਬਨ 41-42 ਸਾਲ ਦੀ ਉਮਰ ਦਾ ਇੱਕ ਕੋਹਰਟ ਦੇਖਿਆ ਗਿਆ, ਜਿਨ੍ਹਾਂ 'ਚ ਕਿ ਜਿਹੜੇ ਐਡਿਕਸ਼ਨ ਦੇ ਜੇ ਜੀਨਸ ਹੋਣ ਤਾਂ ਉਸ ਟਾਈਮ 'ਤੇ ਜੇ ਇਨਵਾਇਰਮੈਂਟਲ ਫੈਕਟਰ ਜਾਂ ਸਟ੍ਰੈਸ ਫੈਕਟਰ ਬਹੁਤ ਵੱਧ ਜਾਣ, ਤਾਂ ਉਹਨਾਂ ਨੇ ਦੇਖਿਆ ਕਿ ਇਹ ਪੜਾਅ 'ਤੇ ਐਡਿਕਸ਼ਨ ਹੋਣ ਦਾ ਚਾਂਸ ਕਾਫੀ ਸਟੈਟਿਸਟਿਕਲੀ ਹਾਈ ਹੈ। ਅੱਛਾ, ਤੁਸੀਂ ਮੈਨੂੰ ਪੁੱਛ ਰਹੇ ਸੀਗੇ ਕਿ ਹਾਰਮ ਰਿਡਕਸ਼ਨ, ਇਹਦਾ ਮਿਸਾਲ ਕੀ ਹੋ ਸਕਦਾ ਜੀ? ਇਹਦਾ ਜਿਹੜਾ ਸਾਡੇ ਤੋਂ ਸੁਸਾਈਟਲ ਲੈਵਲ 'ਤੇ ਸਭ ਤੋਂ ਵੱਡਾ ਮਿਸਾਲ ਹੈ ਜੀ, ਉਹ ਸਾਡੇ ਕੋਲ ਪੁਰਤਗਾਲ ਤੋਂ ਆਉਂਦਾ ਜੀ। ਪੁਰਤਗਾਲ ਦਾ ਜਿਹੜਾ ਐਕਸਪੈਰੀਮੈਂਟ ਹੈ, ਉਹ ਆਮ ਤੌਰ 'ਤੇ ਇਹਦੇ ਬਾਰੇ YouTube 'ਤੇ ਬੜੇ ਵੀਡੀਓ ਵੀ ਹੈਗੇ ਜੇ ਕਿਸੇ ਨੇ ਦੇਖਣੇ ਹੋਣ। ਇਨਫੈਕਟ ਇੱਕ ਮੈਂ ਦੇਖ ਰਿਹਾ ਸੀਗਾ CBC ਨਿਊਜ਼ ਦਾ ਹੀ ਬੜਾ ਚੰਗਾ ਵੀਡੀਓ ਸੀਗਾ, ਉਹਨਾਂ ਨੇ 2017 'ਚ ਪਾਇਆ ਹੋਇਆ। ਅਤੇ ਇਹ ਉਹਨਾਂ ਨੇ ਇਸ ਐਕਸਪੈਰੀਮੈਂਟ ਤੋਂ ਇਹ ਪ੍ਰੂਵ ਕਰਦੇ ਵੀ ਚੇਂਜ ਇਨ ਸੋਸ਼ਲ ਪੋਲਿਸੀ ਕੈਨ ਆਲਸੋ ਹੈਵ ਡਾਇਰੈਕਟ ਪੋਜ਼ੀਟਿਵ ਇੰਪੈਕਟ ਔਨ ਹੈਲਥ। ਵੀ ਜਿੱਦਾਂ ਪੁਰਤਗਾਲ ਦੇ ਅਰਲੀ 90s 'ਚ ਕਹਿੰਦੇ ਕਿ 1% ਰੇਟ ਹੋ ਗਿਆ ਸੀ ਇੰਜੈਕਸ਼ਨ ਡਰੱਗ ਯੂਜ਼ ਦਾ, ਅਤੇ ਉੱਥੇ ਹੈਰੋਇਨ ਅਤੇ ਇਹੋ ਜਿਹੇ ਨਸ਼ਿਆਂ ਦਾ ਸੇਵਨ ਬਹੁਤ ਜ਼ਿਆਦਾ ਵੱਧ ਗਿਆ ਸੀਗਾ, ਅਤੇ ਉਹਨਾਂ ਦੇ ਹੈਲਥ ਸਿਸਟਮ ਅਤੇ ਲੀਗਲ ਸਿਸਟਮ 'ਤੇ ਬਹੁਤ ਜ਼ਿਆਦਾ ਇਹਦਾ ਇੰਪੈਕਟ ਪੈ ਰਿਹਾ ਸੀ।
ਤੇ ਉਹਨਾਂ ਨੇ ਲੇਟ 1990s ਆਲਮੋਸਟ ਅਰਲੀ 2000 ਚ ਇੱਕ ਬੜਾ ਰੈਡੀਕਲ ਡਿਸੀਜਨ ਲਿਆ ਕੇ, ਜਿਹੜਾ ਕਿ ਉਸ ਟਾਈਮ ਤੇ ਬੜਾ ਆਊਟ ਆਫ ਦਾ ਵੇ ਲੱਗਦਾ ਸੀਗਾ। ਉਹ ਇਹ ਸੀਗਾ ਕਿ ਉਹਨਾਂ ਨੇ ਜਿੰਨੀਆਂ ਵੀ ਡਰੱਗਸ ਸੀਗੀਆਂ, ਚਾਹੇ ਕੋਈ ਵੀ ਡਰੱਗ ਹੋਏ, ਮੈਰੀਜੁਆਨਾ ਹੋਏ, ਹੈਰੋਇਨ ਹੋਏ, ਜਾਂ ਇਸ ਤਰ੍ਹਾਂ ਦੀ ਕੋਈ ਵੀ ਇਲੀਗਲ ਡਰੱਗ ਹੋਏ, ਉਹਦਾ ਪੋਜੈਸ਼ਨ, ਸਿੰਪਲ ਪੋਜੈਸ਼ਨ, ਉਹਨੂੰ ਡੀਕ੍ਰਿਮੀਨਲਾਈਜ਼ ਕਰਤਾ ਉਹਨਾਂ ਨੇ। ਮਤਲਬ ਡਿਸਟਰੀਬਿਊਸ਼ਨ ਨੂੰ ਤਾਂ ਨਹੀਂ, ਉਹਨੂੰ ਤਾਂ ਫਿਰ ਵੀ ਕ੍ਰਿਮੀਨਲ ਮੁੱਦਾ ਹੀ ਮੰਨਿਆ, ਪਰ ਜੇ ਆਪਣੇ ਪਰਸਨਲ ਯੂਜ਼ ਲਈ ਕੋਈ ਪੋਜੈਸ ਕਰ ਰਿਹਾ, ਸਿਰਫ ਪੋਜੈਸ਼ਨ ਤੇ ਉਹਨਾਂ ਨੇ ਇਹਦਾ ਕੋਈ ਲੀਗਲ ਕੌਨਸੀਕੁਐਂਸ ਨਹੀਂ ਰੱਖਿਆ। ਸਗੋਂ ਉਹਨਾਂ ਨੇ ਇਹਨਾਂ ਪੇਸ਼ੈਂਟਸ ਨੂੰ ਰੀਡਾਇਰੈਕਟ ਕਰਨਾ ਸ਼ੁਰੂ ਕੀਤਾ ਟ੍ਰੀਟਮੈਂਟ ਤੇ। ਪਰ ਉਹਦੇ ਨਾਲ ਨਾਲ ਉਹਨਾਂ ਨੇ ਇੱਕ ਇਹ ਸ਼ਰਤ ਜ਼ਰੂਰ ਰੱਖੀ ਕਿ ਅਸੀਂ ਜੇ ਇਸ ਐਕਸਪੈਰੀਮੈਂਟ ਤੇ ਜਾਵਾਂਗੇ ਤਾਂ ਜਿਹੜਾ ਪਹਿਲਾਂ 90% ਆਫ ਜਿਹੜਾ ਸਾਡਾ ਬਜਟ ਲਾਅ ਇਨਫੋਰਸਮੈਂਟ ਜਾਂ ਦੂਜੇ ਸੋਸ਼ਲ ਪ੍ਰੋਗਰਾਮਸ ਤੇ ਸਾਡਾ ਲੱਗ ਰਿਹਾ ਸੀਗਾ, ਉਹ ਹੁਣ ਫਿਰ ਅਸੀਂ ਇਹਦੀ ਹੈਲਥ ਕੇਅਰ ਵਿੱਚ ਪਾਵਾਂਗੇ। ਤੇ ਉਹ ਐਕਸਪੈਰੀਮੈਂਟ ਨੂੰ ਹੁਣ ਸ਼ੁਰੂ ਹੋਏ 20 ਸਾਲ ਤੋਂ ਉੱਤੇ ਹੋ ਗਏ ਜੀ, ਤੇ ਉਹਦੇ ਰਿਜ਼ਲਟ ਸਾਹਮਣੇ ਆਉਣੇ ਸ਼ੁਰੂ ਹੋ ਗਏ। ਉਹਦੇ ਮਤਲਬ ਬਹੁਤ ਤਰ੍ਹਾਂ ਦੇ ਰਿਜ਼ਲਟਸ ਹਨ ਜਿਹੜੇ ਪੋਜ਼ਿਟਿਵ ਹੈ ਵੀ। ਉਹਦੇ ਤੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਇੰਜੈਕਸ਼ਨ ਡਰੱਗ ਯੂਜ਼ ਉਹ ਆਲਮੋਸਟ 50% ਡਾਊਨ ਹੋ ਗਿਆ। ਜਿਹੜੀਆਂ ਜਿੱਥੇ ਕਿ ਉਹਨਾਂ ਆਮ ਹੁਣ ਜਿੱਦਾਂ ਅਮਰੀਕਾ ਵਰਗਾ ਸਾਡਾ ਮੁਲਕ ਹੈ, ਇੱਥੇ ਆਲਮੋਸਟ 25 ਡੈਥਸ ਪਰ ਮਿਲੀਅਨ ਅਸੀਂ ਦੇਖ ਰਹੇ ਹਾਂ, ਉੱਥੇ ਸਿਰਫ 6 ਡੈਥਸ ਪਰ ਮਿਲੀਅਨ ਐਡਿਕਸ਼ਨ ਤੋਂ। ਸੋ ਇਹ ਮੇਰਾ ਖਿਆਲ ਪੁਰਤਗਾਲ ਦਾ ਐਕਸਪੈਰੀਮੈਂਟ ਹਾਰਮ ਰਿਡਕਸ਼ਨ ਦੀ ਸਟ੍ਰੈਟਜੀ ਦੀ ਥੋੜ੍ਹੀ ਜਿਹੀ ਪੁਸ਼ਟੀ ਕਰਦਾ ਜੀ। ਗੇਟਵੇ ਡਰੱਗ ਹੈ ਕਿਹੜੀ ਜਿਹੜੀ ਜਿਹਦੇ ਨਾਲ ਨਸ਼ੇ ਸ਼ੁਰੂ ਹੁੰਦੇ ਨੇ, ਜਿਹਦੇ ਨਾਲ ਫਰਸਟ ਬੀਅਰ ਜਾਂ ਪਹਿਲੀ ਸਿਗਰਟ ਜਾਂ ਫਰਸਟ ਜੁਆਇੰਟ, ਗੇਟਵੇ ਡਰੱਗ ਕਿਹੜੀ ਹੈ ਜੀ? ਹਾਂਜੀ ਮਿਸਟਰ ਸਿੰਧ, ਇਹ ਚੰਗਾ ਸਵਾਲ ਹੈ ਜੀ। ਇਹ ਥੋੜ੍ਹਾ ਜਿਹਾ ਕੰਟਰੋਵਰਸ਼ੀਅਲ ਮੁੱਦਾ ਰਿਹਾ ਸਾਡੇ ਐਡਿਕਸ਼ਨ ਦੇ ਫੀਲਡ ਵਿੱਚ, ਕਿਉਂਕਿ ਗੇਟਵੇ ਡਰੱਗ ਉਹਨੂੰ ਮੰਨਿਆ ਗਿਆ ਵੀ ਜਿਹੜੀ ਡਰੱਗ ਇੱਕ ਤਰ੍ਹਾਂ ਬਾਕੀ ਦੀ ਹਾਰਡ, ਉਹਨੂੰ ਜੋ ਕੌਨਸੈਪਟ ਸੀਗਾ ਜਿਹੜੀਆਂ ਹਾਰਡ ਡਰੱਗਸ ਹੈ ਉਹਨਾਂ ਦਾ ਰਾਹ ਖੋਲ੍ਹ ਦਿੰਦੀ ਹੈ। ਤਾਂ ਪਹਿਲ ਇਹ ਮੈਰੀਜੁਆਨਾ ਇਹਦੇ 'ਚ ਮੰਨਿਆ ਗਿਆ, ਇਹਦੇ 'ਚ ਸਿਗਰਟ ਸਮੋਕਿੰਗ ਮੰਨੀ ਗਈ। ਮੈਰੀਜੁਆਨਾ ਖਾਸ ਤੌਰ 'ਤੇ ਜਦੋਂ ਇਲੀਗਲ ਸੀਗਾ ਉਦੋਂ ਤਾਂ ਇਹ ਮੰਨਿਆ ਜਾਂਦਾ ਸੀ ਕਿ ਤੁਸੀਂ ਜਦੋਂ ਇਲੀਗਲ ਕਿਸੇ ਚੀਜ਼ ਦੀ ਸਪਲਾਈ ਲੈਣ ਜਾਂਦੇ ਹੋ, ਫਿਰ ਤੁਹਾਡਾ ਓਬਵੀਅਸਲੀ ਉੱਥੇ ਉਹਨਾਂ ਨਾਲ ਸੰਗਤ ਹੋ ਜਾਂਦੀ ਹੈ, ਅਤੇ ਉਹਦੇ ਨਾਲ ਫਿਰ ਤੁਸੀਂ ਹੋਰ ਦੂਜੀਆਂ ਡਰੱਗਸ ਟਰਾਈ ਕਰਨ ਦੇ ਮੋਟੀਵੇਟ ਹੋ ਜਾਂਦੇ ਹੋ। ਪਰ ਇਹ ਹਾਲੇ ਵੀ ਇਹਦਾ ਵਾਦ ਵਿਵਾਦ ਹੈ ਜੀ। ਇਹ ਫੁੱਲੀ ਐਸਟੈਬਲਿਸ਼ਡ ਕੌਨਸੈਪਟ ਨਹੀਂ ਬਣ ਸਕਿਆ ਕਿ ਜ਼ਰੂਰੀ ਨਹੀਂ ਹੈ। ਬਹੁਤ ਸਾਰੇ ਕੇਸਿਸ ਆਉਂਦੇ हैं ਜਿਨ੍ਹਾਂ 'ਚ ਕੋਈ ਤੁਸੀਂ ਨਹੀਂ ਦੇਖਦੇ ਕਨੈਕਸ਼ਨ ਬਿਟਵੀਨ ਪਹਿਲਾਂ ਯੂਜ਼ ਆਫ ਮੈਰੀਜੁਆਨਾ ਐਸੈਂਸ਼ਲੀ ਜਾਂ ਸਮੋਕਿੰਗ ਤੇ ਦੂਜੀਆਂ ਡਰੱਗਸ, ਅਤੇ ਕੁਛ ਕੇਸਿਸ ਹੈ ਵੀ। ਸੋ ਹੁਣ ਜਿਹੜਾ ਆਮ ਤੌਰ 'ਤੇ ਐਡਿਕਸ਼ਨ ਦੇ ਫੀਲਡ 'ਚ ਇਹੀ ਹੈ ਕਿ ਵੀ ਟਰੀਟ ਲਾਸ ਆਫ ਕੰਟਰੋਲ ਓਵਰ ਐਨੀਥਿੰਗ, ਚਾਹੇ ਉਹ ਡਰੱਗ ਹੈ, ਚਾਹੇ ਉਹ ਫਿਨੋਮੀਨਾ ਹੈ ਜਿੱਦਾਂ ਆਪਾਂ ਕਹਿ ਰਹੇ ਸੀ ਵੀਡੀਓ ਗੇਮਿੰਗ, ਆਪਾਂ ਇਹਨੂੰ ਮੁੱਦਾ ਮੰਨ ਕੇ ਚੱਲੀਏ ਅਤੇ ਉਹਨਾਂ 'ਚੋਂ ਕਈ ਜਿਹੜੀਆਂ ਵਲਨਰੇਬਿਲਿਟੀਜ਼ ਹੈ, ਸਾਡੀਆਂ ਵਲਨਰੇਬਲ ਪਾਪੂਲੇਸ਼ਨਸ ਹੈ, ਉਹਨਾਂ 'ਤੇ ਫੋਕਸ ਕਰੀਏ। ਜਿੱਦਾਂ ਤੁਸੀਂ ਐਡੋਲੈਸੈਂਟਸ ਦਾ ਕਹਿ ਰਹੇ ਸੀ, ਉਹਨਾਂ 'ਚ ਹੁਣ ਜਿਹੜੀ ਜੈਨੇਟਿਕ ਟੈਸਟਿੰਗ ਚੱਲ ਰਹੀ, ਅੱਗੇ ਰਿਸਰਚ ਆ ਰਹੀ, ਉਹਦੇ 'ਚ ਇੱਕ ਉਹਨਾਂ ਦਾ ਵੀ ਇੱਕ ਸਬ ਗਰੁੱਪ ਦੇਖਿਆ ਜਾ ਰਿਹਾ ਜਿਨ੍ਹਾਂ ਨੂੰ ਸਨਸਨੀ ਖੇਜ਼ ਚੀਜ਼ਾਂ ਦੀ ਸੀਕ ਕਰਨ, ਜਿਹਨੂੰ ਸੈਂਸੇਸ਼ਨ ਸੀਕਿੰਗ ਕਹਿੰਦੇ ਮੈਡੀਕਲ ਟਰਮਸ, ਉਹਦਾ ਜੈਨੇਟਿਕ ਲਿੰਕ ਦੇਖਿਆ ਗਿਆ। ਸੋ ਇਹ ਹਾਲੇ ਸੈਟਲ ਸਾਇੰਸ ਨਹੀਂ ਹੈ, ਪਰ ਇੱਥੇ ਰਿਸਰਚ ਚੱਲ ਰਹੀ ਹੈ ਜੀ। ਆਪਾਂ ਇੱਕ ਕਾਲਰ ਲੈ ਲਈਏ ਜੀ। ਹੈਲੋ ਪ੍ਰਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਡਾਕਟਰ ਸਾਹਿਬ ਨੇ ਕੁਐਸਚਨ ਸੀ ਵੀ ਮੈਨੂੰ ਪਤਾ ਹੈਗਾ ਵੀ ਕਿਸੇ ਨੂੰ ਡਰੱਗ ਦੀ ਪ੍ਰੋਬਲਮ ਹੈਗੀ ਹੈ, ਵੀ ਐਡਿਕਟਡ ਹੈਗਾ, ਪਰ ਉਹ ਬੰਦਾ ਟਰੀਟਮੈਂਟ ਲੈਣ ਲਈ, ਕੋਈ ਹੈਲਪ ਲੈਣ ਲਈ ਤਿਆਰ ਹੀ ਨਹੀਂ ਹੈਗਾ, ਅਤੇ ਹੁਣ ਫਿਰ ਉਹਨੂੰ ਟਰੀਟਮੈਂਟ ਕਿਵੇਂ ਦਵਾਈ ਜਾਵੇ? ਕਿਸੇ ਕੁਐਸਚਨ ਤੇ ਜਿਹੜਾ ਇੱਕ ਮੈਂ ਸੁਣਿਆ ਸੀ ਕਿਸੇ ਨੂੰ ਵੀ ਇਫੈਕਟ ਬ੍ਰੇਨ ਇਮੇਜ ਕਰ ਸਕਦੇ ਹੈਗੇ ਆ, ਕੀ ਉਹ ਕੈਨੇਡਾ ਵਿੱਚ ਉਪਲਬਧ ਹੈਗੀ ਹੈ, ਵੀ ਉਹ ਡਾਕਟਰ ਕਰਵਾ ਸਕਦੇ ਨੇ? ਡਾਕਟਰ ਸਾਹਿਬ ਹਾਂਜੀ ਦੇਖੋ, ਮੈਂ ਇੱਕ ਥੋੜ੍ਹਾ ਡਿਸਕਲੇਮਰ ਦੇ ਦਾਂ ਜੀ ਕਿ ਮੈਂ ਕੈਨੇਡਾ 'ਚ 1 ਸਾਲ ਲਈ ਕੰਮ ਕੀਤਾ, ਸੋ ਉਹ ਮੈਨੂੰ ਹੁਣ ਉੱਥੇ ਕੰਮ ਕੀਤੇ ਨੂੰ ਵੀ ਆਲਮੋਸਟ ਸਾਲ ਹੋ ਚੱਲਿਆ। ਸੋ ਆਈ ਐਮ ਨਾਟ ਅਪ ਟੂ ਡੇਟ ਔਨ ਐਵਰੀਥਿੰਗ ਦੈਟ ਇਜ਼ ਮੋਸਟ ਰੀਸੈਂਟ। ਤੁਸੀਂ ਹੁਣ ਅਮਰੀਕਾ 'ਚ ਕਰਦੇ ਜੀ? ਹਾਂਜੀ, ਮੈਂ ਵਾਸ਼ਿੰਗਟਨ DC ਦੇ ਕੋਲ ਜਿਹੜਾ ਵਰਜੀਨੀਆ ਸਟੇਟ ਹੈ ਉੱਥੇ ਹੈਗਾ ਜੀ। ਜੀ ਜੀ। ਅਤੇ ਬਾਕੀ ਤੁਹਾਡਾ ਸਵਾਲ ਪਹਿਲਾਂ ਬਹੁਤ ਢੁਕਵਾਂ ਹੈ ਜੀ ਕਿ ਉਹ ਪੇਸ਼ੈਂਟ ਜਿਹੜਾ ਕਿ ਉਹਦੇ ਪਰਿਵਾਰ ਨੂੰ ਜਾਂ ਉਹਦੀ ਫੈਮਿਲੀ ਨੂੰ ਲੱਗ ਰਿਹਾ ਕਿ ਹੀ ਗੈਟਿੰਗ ਇਨਟੂ ਟਰਬਲ, ਅਤੇ ਉਹ ਆਪ ਇਸ ਗੱਲ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਹੈ, ਉਸ ਦੀ ਕਿੱਦਾਂ ਹੈਲਪ ਕੀਤੀ ਜਾਏ? ਇਹ ਔਖਾ ਇਸ਼ੂ ਹੈ ਇਹ, ਕਿਉਂਕਿ ਜਦੋਂ ਐਡਿਕਸ਼ਨ ਹੈ
ਉਹ ਜਿਹੜੀ ਸਾਡੀ ਉਹਨੂੰ ਅਸੀਂ ਉਹਨੂੰ ਕੋਗਨੀਟਿਵ ਪ੍ਰੋਸੈਸਿੰਗ ਐਰਰਸ ਕਹਿੰਦੇ ਹਾਂ, ਕੋਗਨੀਟਿਵ ਡਿਸਟੋਰਸ਼ਨ, ਵੀ ਜਿਹੜਾ ਬੰਦੇ ਦਾ ਸੋਚਣ ਦਾ ਸਿਸਟਮ ਹੈ, ਉਹਦੀ ਪਰਸਨੈਲਿਟੀ ਨੂੰ ਜੋ ਇੰਪੈਕਟ ਕਰਦਾ ਹੈ। ਜਿਹੜੇ ਬ੍ਰੇਨ ਦੇ ਦੋ ਹਿੱਸੇ ਹੁੰਦੇ, ਇੱਕ ਨੂੰ ਅਸੀਂ ਲਿੰਬਿਕ ਸਿਸਟਮ ਕਹਿੰਦੇ ਹਾਂ, ਇੱਕ ਨੂੰ ਆਟੋਨੋਮਿਕ ਨਰਵਸ ਸਿਸਟਮ ਕਹਿੰਦੇ ਹਾਂ। ਇਹਨਾਂ ਦੋਨਾਂ ਦੀ ਜਿਹੜੀ ਫੀਡਬੈਕ ਆਉਂਦੀ ਉਹ ਖਰਾਬ ਹੋ ਜਾਂਦੀ ਹੈ, ਅਤੇ ਉਹਦੇ ਨਾਲ ਜੋ ਤੁਸੀਂ ਕਹਿ ਰਹੇ ਹੋ ਉਹਨੂੰ ਅਸੀਂ ਮੈਡੀਕਲ ਟਰਮ 'ਚ ਡਿਨਾਇਲ ਕਹਿੰਦੇ ਹਾਂ, ਵੀ ਉਹ ਜੀ ਆਪਣੇ ਉਹਨਾਂ ਨੂੰ ਕੌਨਸੀਕੁਐਂਸ ਨਹੀਂ ਦਿਖ ਰਹੇ ਹੁੰਦੇ ਜੋ ਸਭ ਨੂੰ ਦਿਖ ਰਹੇ ਹੈ। ਅਸੀਂ ਇਹਦਾ ਜਿਹੜਾ ਸਭ ਤੋਂ ਕੀ ਇਸ਼ੂ ਹੈ ਉਹ ਹੈ ਕਿ ਉੱਥੇ ਤੁਸੀਂ ਇੱਕ ਉਸ ਨੂੰ ਐਸੇ ਬੰਦੇ ਨਾਲ ਜੋੜੋ, ਜਾਂ ਉਹਨਾਂ ਦਾ ਇੱਕ ਐਸੇ ਬੰਦੇ ਨਾਲ ਸੰਬੰਧ ਦੇਖੋ ਜਿੱਥੇ ਉਹਨਾਂ ਦਾ ਥੋੜ੍ਹਾ ਜਿਹਾ ਰਿਸਪੈਕਟ ਜਾਂ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨੇ। ਜਿੱਦਾਂ ਇਹ ਕੋਈ ਫੈਮਿਲੀ ਮੈਂਬਰ ਹੋ ਸਕਦਾ, ਕੋਈ ਭਰਾ ਭੈਣ ਹੋ ਸਕਦਾ ਹੈ, ਕੋਈ ਕੋਚ ਹੋ ਸਕਦਾ ਹੈ, ਕੋਈ ਮੈਂਟਰ ਹੋ ਸਕਦਾ ਹੈ, ਈਵਨ ਬੌਸ ਹੋ ਸਕਦਾ ਹੈ, ਰਿਲੀਜੀਅਸ ਟਰਮਸ ਹੋ ਸਕਦਾ ਹੈ, ਕੋਈ ਉਹਨਾਂ ਦਾ ਪਾਦਰੀ, ਪ੍ਰੀਸਟ ਜਾਂ ਕੋਈ ਰਿਲੀਜੀਅਸ ਫਿਗਰ, ਅਥਾਰਟੀ ਫਿਗਰ। ਉਹ ਉਹਨਾਂ ਨੂੰ ਇੱਕ ਵਾਰੀ ਮੋਟੀਵੇਟ ਕਰਨ ਕਿ ਤੁਸੀਂ ਇਹਦੇ ਬਾਰੇ ਆਪਣੇ ਅੰਦਰ ਆਪਣੇ ਗਿਰਬਾਨ 'ਚ ਝਾਤੀ ਮਾਰੋ ਅਤੇ ਫਿਰ ਦੇਖੋ। ਅਤੇ ਜੇ ਫਿਰ ਇਹ ਉਹ ਮੰਨਣ, ਫਿਰ ਯੂ ਹੈਵ ਟੂ ਐਕਟ ਬੜੀ ਕੁਇਕਲੀ। ਉਹ ਥੋੜ੍ਹਾ ਜਿਹਾ ਵਿੰਡੋ ਆਫ ਟਾਈਮ ਹੁੰਦਾ, ਉਦੋਂ ਯੂ ਹੈਵ ਟੂ। ਸੋ ਇਸ ਲਈ ਜੇ ਤੁਸੀਂ ਉਹਦੀ ਪਹਿਲਾਂ ਰਿਸਰਚ ਕਰਕੇ ਰੱਖ ਸਕਦੇ ਹੋ ਕਿ ਜੇ ਇਹ ਮੰਨਣ ਤਾਂ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂ, ਕਿਸ ਕਾਉਂਸਲਰ ਜਾਂ ਕਿਸ ਡਾਕਟਰ ਸਾਹਿਬ। ਇਹ ਕਾਮਨ ਪ੍ਰੋਬਲਮ ਹੈ, ਜਿੱਥੇ ਵੀ ਫੈਮਿਲੀ ਦੇ ਵਿੱਚ ਕਿਸੇ ਨੂੰ ਡਰੱਗ ਦੀ ਪ੍ਰੋਬਲਮ, ਐਡਿਕਸ਼ਨ ਹੈ ਜਾਂ ਕਿਸੇ ਵੀ ਚੀਜ਼ ਦੀ, ਉਹ ਮੰਨਦੇ ਹੀ ਨਹੀਂ ਗੇ, ਉਹ ਟਰੀਟਮੈਂਟ ਲੈਣ ਜਾਣਾ ਹੀ ਨਹੀਂ ਚਾਹੁੰਦੇ ਉਹ। ਔਰ ਇੱਥੇ ਕੋਈ ਸਿਸਟਮ ਨਹੀਂ ਗਾ ਵੀ ਜਿਹੜਾ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਬ੍ਰੇਨ ਦੀ ਇਮੇਜਿੰਗ ਜਾਂ ਕੋਈ ਇਸ ਤਰ੍ਹਾਂ ਦਾ ਹੋ ਸਕਦਾ, ਜਾਂ ਜ਼ਬਰਦਸਤੀ ਚੁੱਕ ਕੇ ਲੈ ਕੇ ਜਾ ਸਕਦੇ ਨੇ, ਜ਼ਬਰੀ ਲਿਜਾ ਕੇ ਉਹਨੂੰ ਬੈਲਟਾਂ ਲਾ ਕੇ, ਮੈਂ ਸੁਣਿਆ ਕਿ ਟਰੀਟਮੈਂਟ ਦੇਣਾ ਸ਼ੁਰੂ ਕਰ ਦਿੰਦੇ ਨੇ। ਕੋਈ ਇਸ ਕਿਸਮ ਦਾ ਇੰਤਜ਼ਾਮ ਹੈ? ਹਾਂਜੀ, ਦੇਖੋ ਇਹ ਨਾ, ਕਿਉਂਕਿ ਆਪਣੇ ਜਿਹੜੇ ਆ ਮੁਲਕ ਹੈਗੇ ਵੈਸਟਰਨ ਸੁਸਾਇਟੀ, ਇਹਨਾਂ 'ਚ ਇੰਡੀਵਿਜੂਅਲ ਲਿਬਰਟੀ ਨੂੰ ਬੜਾ ਵੱਡਾ ਇਸ਼ੂ ਮੰਨ ਕੇ ਚੱਲਦੇ ਹਾਂ, ਜਿਸ ਵਿੱਚ ਤੁਸੀਂ ਕਿਸੇ ਨੂੰ ਟਰੀਟਮੈਂਟ ਲਈ ਫੋਰਸ ਕਰਨਾ, ਇਹ ਆਪਣੇ ਆਪ 'ਚ ਹੀ ਬੜਾ ਵੱਡਾ ਲੀਗਲ ਇਸ਼ੂ ਹੈ। ਸੋ ਇਹ ਜਦ ਤੱਕ ਇਹ ਗੱਲ ਫੋਰਸ ਕਰਨ ਦੀ ਆਉਂਦੀ ਹੈ, ਉਦੋਂ ਤੱਕ ਇਹ ਬਿਮਾਰੀ ਕਾਫੀ ਐਡਵਾਂਸ ਹੋ ਚੁੱਕੀ ਹੁੰਦੀ। ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਮੈਂ ਬਹੁਤ ਸਾਰੇ ਕੇਸ ਦੇਖੇ ਜਿਨ੍ਹਾਂ 'ਚ ਜਦੋਂ ਫੈਮਿਲੀ ਪਰਸਿਸਟ ਕਰਦੀ ਰਹੀ, ਅਤੇ ਮੋਟੀਵੇਟ ਕਰਨ ਦੇ ਦੇਖੋ ਦੋ ਹੀ ਤਰੀਕੇ ਹੈ। ਇੱਕ ਤਾਂ ਪੋਜ਼ੀਟਿਵ ਤਰੀਕਾ ਹੈ ਵੀ ਯੂ ਵਿਲ ਗੈਟ ਹੈਲਦੀ ਅਗੇਨ, ਯੂ ਵਿਲ ਹੈਵ ਯੋਰ ਆਪਣੀ ਜਿਹੜੀ ਪਹਿਲਾਂ ਵਰਗੀ ਤੁਹਾਡੀ ਥਿੰਕਿੰਗ ਸੀ ਉਹ ਇਟ ਵਿਲ ਰਿਟਰਨ। ਦੂਜਾ ਇੱਕ ਨੈਗੇਟਿਵ ਕੌਨਸੀਕੁਐਂਸ ਕਿ ਯੂ ਵਿਲ ਸਟਾਰਟ ਲੂਜ਼ਿੰਗ ਪ੍ਰਿਵਿਲੇਜਿਸ, ਕੰਮ 'ਤੇ ਤੁਹਾਨੂੰ ਤੰਗੀ ਆਊਗੀ ਜਾਂ ਤੁਹਾਡਾ ਲਾਇਸੈਂਸ ਖੁੰਝ ਜਾਊਗਾ ਜਾਂ ਪਰਿਵਾਰ 'ਚ। ਸੋ ਇਹ ਦੋਨਾਂ ਦਾ ਬੈਲੈਂਸ ਰੱਖ ਕੇ ਯੂ ਹੈਵ ਟੂ ਕਨਵਿੰਸ ਦੈਮ, ਐਂਡ ਜਦੋਂ ਫਿਰ ਉਹ ਮੌਕਾ ਆਏ ਤਾਂ ਯੂ ਹੈਵ ਟੂ ਐਕਟ ਕੁਇਕਲੀ। ਨਾ ਐਜ਼ ਫਾਰ ਐਜ਼ ਪੈਟ ਸਕੈਨਿੰਗ ਜਾਂ ਪੈਟ ਸਕੈਨਿੰਗ, ਇਹਨੂੰ ਮੈਂ ਜਦੋਂ ਉੱਥੇ ਕੰਮ ਕੀਤਾ ਜੀ, ਉਦੋਂ ਇਹਨੂੰ ਹਾਲੇ ਵੀ ਉਹ ਸਪੈਸ਼ਲਾਈਜ਼ ਟੈਸਟਿੰਗ ਮੰਨ ਕੇ ਚੱਲਦੇ ਸੀਗੇ, ਅਤੇ ਇਹਨੂੰ ਆਮ ਤੌਰ 'ਤੇ ਇਹ ਅਲਾਊਡ ਨਹੀਂ ਸੀਗਾ ਟੂ ਆਰਡਰ। ਅਮਰੀਕਾ 'ਚ ਐਸੇ ਪ੍ਰਾਈਵੇਟ ਕਲੀਨਿਕ ਹੈਗੇ ਹੈ, ਅਤੇ ਜੇ ਤੁਹਾਨੂੰ ਲੋੜ ਹੋਏ ਤਾਂ ਮੈਂ ਇਹਨਾਂ ਦੇ ਜਿਹੜੇ ਸ਼ੋਅ ਦੇ ਪ੍ਰੋਡਿਊਸਰ ਉਹਨਾਂ ਨੂੰ ਇਨਫੋਰਮੇਸ਼ਨ ਛੱਡ ਦੂੰਗਾ, ਉਹ ਪਾ ਦੇਣ ਵੈਬਸਾਈਟ 'ਤੇ, ਤਾਂ ਤੁਸੀਂ ਉਹਨਾਂ ਕਲੀਨਿਕਸ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਉਹ ਉੱਥੇ ਸਕੈਨਿੰਗ ਕਰਾਉਣਾ ਚਾਹੋ। ਅੱਛਾ ਡਾਕਟਰ ਸਾਹਿਬ, ਇੱਕ ਇਹ ਦੱਸੋ ਵੀ ਔਰਤਾਂ ਦੀਆਂ ਸਬਸਟੈਂਸ ਯੂਜ਼ ਦੇ ਵਿੱਚ ਜਿਹੜਾ ਇਹ ਡਿਸਆਰਡਰ ਹੈ, ਉਹਦੇ 'ਚ ਕੋਈ ਖਾਸ ਯੂਨੀਕ ਜ਼ਰੂਰਤਾਂ ਹੁੰਦੀਆਂ ਨੇ? ਇਹ ਆਪਾਂ ਜਿਹੜੀ ਗੱਲ ਕਰ ਰਹੇ ਸੀ ਮਿਸਟਰ ਥਿੰਦ, ਇੱਕ ਤਾਂ ਟੈਲੀਸਕੋਪਿੰਗ ਕਰਕੇ ਉਹਨਾਂ ਜਿਹੜੇ ਨੈਗੇਟਿਵ ਕੌਨਸੀਕੁਐਂਸਿਸ ਛੇਤੀ ਹੋਣ ਲੱਗ ਪੈਂਦੇ ਆ ਔਰਤਾਂ 'ਚ। ਦੂਜੀ ਗੱਲ, ਔਰਤਾਂ ਨੂੰ ਤੁਸੀਂ ਇਕੱਲੇ ਆਮ ਤੌਰ 'ਤੇ ਇਕੱਲੇ ਯੂਨਿਟ ਮੰਨ ਕੇ ਟਰੀਟ ਕਰਨਾ ਔਖਾ ਹੁੰਦਾ, ਕਿਉਂਕਿ ਜੇ ਉਹਨਾਂ ਦੇ ਬੱਚੇ ਹੋਣ ਤਾਂ ਯੂ ਹੈਵ ਟੂ ਕੰਸੀਡਰ ਮਦਰ ਐਂਡ ਦਾ ਬੇਬੀ ਐਜ਼ ਵਨ ਯੂਨਿਟ, ਐਂਡ ਉਹਦੇ ਹਿਸਾਬ ਨਾਲ ਟਰੀਟਮੈਂਟ ਪਲਾਨ ਬਣਾਉਣੇ ਪੈਂਦੇ ਹੈ। ਅਤੇ ਉਹਦੇ ਕਰਕੇ ਫਿਰ ਉਹਨਾਂ ਦੇ ਜਿਹੜੇ ਸਾਡੇ ਕੋਲ ਅਵੇਲੇਬਲ ਰਿਸੋਰਸਿਸ ਆ ਘੱਟ ਜਾਂਦੇ ਜੀ। ਬਹੁਤ ਥੋੜ੍ਹੇ ਪ੍ਰੋਗਰਾਮ ਹੈ ਜਿਹੜੇ ਮਦਰ ਅਤੇ ਬੇਬੀ ਨੂੰ ਇਕੱਠੇ ਰੱਖ ਕੇ ਟਰੀਟ ਕਰ ਸਕਦੇ ਹੈ, ਜਾਂ ਮਦਰ ਨੂੰ ਇਹ ਬਹੁਤ ਵੱਡਾ ਡਰ ਪਾਇਆ ਗਿਆ ਵੀ ਉਹ ਆਪਣੇ ਬੱਚੇ ਤੋਂ ਜੁਦਾ ਹੋ ਜਾਣਗੀਆਂ। ਜੇ ਈਵਨ ਐਕਨੋਲੇਜ ਵੀ ਕਰ ਲੈਣ ਵੀ ਐਡਿਕਸ਼ਨ ਹੈਗੀ ਹੈ, ਤਾਂ ਉਹਨਾਂ ਦੇ ਜਿਹੜੇ ਬੱਚੇ ਦੇ ਨਾਲ ਸੰਬੰਧ ਹੈ ਉਹ ਬਿਕੋਜ਼ ਆਫ ਲੀਗਲ ਕੌਨਸੀਕੁਐਂਸਿਸ ਉਹ ਖਰਾਬ ਹੋ ਸਕਦੇ ਹੈ। ਸੋ ਇਸ ਕਰਕੇ ਇਹਨੂੰ ਯੂ ਹੈਵ ਟੂ ਸਸਪੈਕਟ ਇਟ, ਐਂਡ ਯੂ ਹੈਵ ਟੂ ਦੈਨ ਆਸਕ ਲੀਡਿੰਗ ਕੁਐਸਚਨਸ, ਨਹੀਂ ਤਾਂ ਇਹ ਤੁਸੀਂ ਮਿਸ ਕਰ ਜਾਂਦੇ ਹੋ ਆਮ ਤੌਰ 'ਤੇ, ਕਿਉਂਕਿ ਔਰਤਾਂ 'ਚ ਘੱਟ ਸਸਪੈਕਟ ਕੀਤਾ ਜਾਂਦਾ। ਸੋ ਜਿਹੜੀ ਐਡਿਕਸ਼ਨ ਹੈ ਇਹ ਡਾਕਟਰ ਸਾਹਿਬ, ਮੈਡੀਸਨਸ ਨੇ ਜਿਹੜੀਆਂ ਡਾਕਟਰ ਦੇ ਦਿੰਦੇ ਆ, ਕਈਆਂ ਨੂੰ ਉਹਦੇ ਨਾਲ ਹੀ ਐਡਿਕਸ਼ਨ ਹੋ ਜਾਂਦੀ ਹੈ। ਜਿਸ ਤਰ੍ਹਾਂ ਟੈਲਨੋਲ 3 ਤਾਂ ਵੈਸੇ ਦਿੱਤੀ ਸੀ ਉਹਨਾਂ ਨੇ ਪੇਨ ਲਈ, ਫਿਰ ਉਹ ਪੱਕੇ ਹੀ ਖਾਣ ਲੱਗ ਪੈਂਦੇ, ਜਾਂ ਹੋਰ ਵੀ ਕਈ ਦਵਾਈਆਂ ਨੇ ਜਿਨ੍ਹਾਂ 'ਤੇ ਐਡਿਕਸ਼ਨ ਹੋ ਜਾਂਦੀ ਹੈ। ਬਿਲਕੁਲ ਮਿਸਟਰ ਥਿੰਦ, ਇਹਦੇ 'ਚ ਦੋ ਮੁੱਦੇ ਸ਼ਾਮਿਲ ਹੈ ਜੀ। ਇੱਕ ਤਾਂ ਫਿਜ਼ੀਕਲ ਡਿਪੈਂਡੈਂਸ ਦਾ ਮੁੱਦਾ ਸ਼ਾਮਿਲ ਹੈ, ਅਤੇ ਦੂਜਾ ਹੈਗਾ ਕਿ ਫਰੈਂਕ ਐਡਿਕਸ਼ਨ ਦਾ ਮੁੱਦਾ।
ਸੋ ਇਹੋ ਜਿਹੇ ਬਹੁਤ ਪੇਸ਼ੈਂਟ ਆਉਂਦੇ ਹੈ ਹੁਣ ਹੱਲੇ ਵੀ ਆਉਂਦੇ ਹੈ ਜਿਹੜੇ ਉਹਨਾਂ ਦਾ ਪਹਿਲਾ ਜਿਹੜਾ ਐਕਸਪੋਜ਼ਰ ਟੂ ਡਰੱਗਸ ਉਹ ਬੜਾ ਇਨੋਸੈਂਟਲੀ ਸ਼ੁਰੂ ਹੁੰਦਾ ਵੀ ਦੇ ਗੋ ਫॉर ਅ ਡੈਂਟਲ ਪ੍ਰੋਸੀਜਰ ਜਾਂ ਕੋਈ ਆਰਥੋਪੈਡਿਕ ਪ੍ਰੋਸੀਜਰ, ਉਸ ਤੋਂ ਬਾਅਦ ਉਹਨਾਂ ਨੂੰ ਪੇਨ ਮੈਡੀਕੇਸ਼ਨ ਦਿੱਤੀ ਗਈ। ਤਾਂ ਬਿਕੋਜ਼ ਆਪਾਂ ਜਿਹੜੀ ਜੈਨੇਟਿਕਸ ਦੀ ਗੱਲ ਕਰ ਰਹੇ ਸੀ, ਜਿਨ੍ਹਾਂ 'ਚ ਜੈਨੇਟਿਕਸ ਦੇ ਲਿੰਕ ਹੈਗੇ ਹੈ, ਉਹਨਾਂ 'ਚ ਫਿਰ ਦਵਾਈਆਂ ਉਹ ਬ੍ਰੇਨ ਚੇਂਜਸ ਨੂੰ ਬਹੁਤ ਕੁਇਕਲੀ ਸਾਹਮਣੇ ਲੈ ਆਉਂਦੀਆਂ ਅਤੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਦੇ ਸਟਾਰਟ ਗੋਇੰਗ ਡਾਊਨ ਦੈਟ ਰੋਡ। ਅਤੇ ਫਿਰ ਉੱਥੇ ਉਸ ਤੋਂ ਬਾਅਦ ਪਰ ਜਿਹੜੇ ਫਿਰ ਲਾਸ ਆਫ ਕੰਟਰੋਲ ਵਾਲਾ ਇਸ਼ੂ ਹੈ, ਜੋ ਕੰਟੀਨਿਊਡ ਯੂਜ਼ ਹੋਈ ਜਾਏ ਕੰਪਲਸਿਵ ਯੂਜ਼, ਤਾਂ ਫਿਰ ਅਲਟੀਮੇਟਲੀ ਉਹ ਬ੍ਰੇਨ ਚੇਂਜਸ ਨਾਲ ਫਿਰ ਉਹਨਾਂ ਦਾ ਲਾਸ ਆਫ ਕੰਟਰੋਲ ਹੋ ਜਾਂਦਾ ਉਹਦੇ ਉੱਤੇ, ਅਤੇ ਫਿਰ ਦੈਟ ਕੈਨ ਲੀਡ ਟੂ ਜਿਹੜੀ ਆਪਾਂ ਸਬਸੀਕੁਐਂਟ ਚੀਜ਼ਾਂ ਕਹਿ ਰਹੇ ਹਾਂ। ਪਰ ਇਹਨੂੰ ਆਪਾਂ ਡਿਸਟਿੰਗੁਇਸ਼ ਕਰੀਏ ਫਿਜ਼ੀਕਲ ਡਿਪੈਂਡੈਂਸ, ਇੱਕ ਫਿਜ਼ੀਕਲ ਡਿਪੈਂਡੈਂਸ ਵੀ ਟਰਮ ਯੂਜ਼ ਕੀਤੀ ਜਾਂਦੀ ਮੈਡੀਸਨ। ਸੋ ਆਪਾਂ ਜੇ ਕੋਈ ਵੀ ਦਵਾਈ ਲਈਏ, ਆਮ ਤੌਰ 'ਤੇ ਸਮਝ ਲਓ ਬਲੱਡ ਪ੍ਰੈਸ਼ਰ ਦੀ ਹੀ ਦਵਾਈ ਲਈਏ, ਜੇ ਆਪਾਂ ਉਹਨੂੰ ਇੱਕਦਮ ਬੰਦ ਕਰ ਦਾਂਗੇ ਤਾਂ ਜਿਹੜੀ ਬਾਡੀ ਹੈ ਉਹ ਆਮ ਤੌਰ 'ਤੇ ਉਹਨੂੰ ਉਹ ਤੋਂ ਵਿਡਰॉ ਕਰੇਗੀ। ਐਂਡ ਯੂ ਵਿਲ ਫੀਲ ਇਟ। ਜੇ ਤੁਸੀਂ ਆਪਣੀ ਕਿਸੇ ਵੇਲੇ ਬਲੱਡ ਪ੍ਰੈਸ਼ਰ ਦੀ ਦਵਾਈ, ਮੈਂ ਕਿਸੇ ਨੂੰ ਸੁਜੈਸਟ ਨਹੀਂ ਕਰਾਂਗਾ, ਪਰ ਜੇ ਕਦੀ ਬੰਦ ਕਰ ਦਿਓ ਜਾਂ ਭੁੱਲ ਜਾਓ ਲੈਣੀ, ਤੁਹਾਡੇ ਹੈਡੇਕ ਹੋਣ ਲੱਗ ਪਏਗਾ, ਤੁਹਾਡਾ ਸਿਰ ਭਾਰੀ ਲੱਗੇਗਾ, ਤੁਹਾਨੂੰ ਹੋ ਸਕਦਾ ਹੈ ਕਿ ਹੋਰ ਵੀ ਫੇਸ਼ੀਅਲ ਫਲਸ਼ਿੰਗ ਹੋਏ, ਨੋਜ਼ੀਆ ਮਤਲਬ ਉਲਟੀ ਆਉਣ ਨੂੰ ਕਰੇ, ਇਹੋ ਜਿਹੀਆਂ ਚੀਜ਼ਾਂ ਹੋ ਸਕਦੀਆਂ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਉਸ ਦਵਾਈ 'ਤੇ ਐਡਿਕਟਡ ਸੀਗਾ। ਸੋ ਇਸ ਕਰਕੇ ਆਪਾਂ ਨੂੰ ਫਿਜ਼ੀਕਲ ਡਿਪੈਂਡੈਂਸ ਨੂੰ ਐਡਿਕਸ਼ਨ ਨਹੀਂ ਮੰਨਣਾ ਚਾਹੀਦਾ। ਕੁਛ ਦਵਾਈਆਂ ਜਿਹੜੀਆਂ ਲੈਣੀਆਂ ਜ਼ਰੂਰੀ ਹੈ, ਪਰ ਜਿਹੜੀਆਂ ਕੁਛ ਹੁਣ ਕੈਟਾਗਰੀਜ਼ ਆਫ ਮੈਡੀਸਨਸ ਹੈ, ਜਿੱਦਾਂ ਓਪੀਓਇਡ ਪੇਨ ਪਿਲਸ ਜਾਂ ਇਹ ਜਾਂ ਬੈਂਜ਼ੋਡਾਇਜ਼ੇਪੀਨ ਜਿਹੜੀਆਂ ਆਪਾਂ ਨੀਂਦ ਟਾਈਪ ਦੀਆਂ ਗੋਲੀਆਂ, ਉਹਨਾਂ ਤੋਂ ਹੁਣ ਮੰਨਦੇ ਹਾਂ ਕਿ ਫਿਜ਼ੀਕਲ ਡਿਪੈਂਡੈਂਸ ਤੋਂ ਐਡਿਕਸ਼ਨ ਤੱਕ ਦਾ ਜਿਹੜਾ ਸਫ਼ਰ ਹੈ ਉਹ ਬਹੁਤ ਛੇਤੀ ਹੋ ਜਾਂਦਾ ਹੈ। ਸੋ ਇਸ ਕਰਕੇ ਵੀ ਹੈਵ ਟੂ ਯੂਜ਼ ਦੈਮ ਵੈਰੀ ਵੈਰੀ ਕੌਸ਼ੀਅਸਲੀ। ਡਾਕਟਰ ਸਾਹਿਬ, ਕਈ ਵਾਰੀ ਇੱਕ ਦਵਾਈ ਛਡਾਉਣ ਲਈ ਡਾਕਟਰ ਦੂਜੀ ਦਵਾਈ ਦੇ ਦਿੰਦੇ ਆ। ਸੋ ਇਸ ਸਿਲਸਿਲੇ ਦੇ ਵਿੱਚ ਕੀ ਕਰਨਾ ਚਾਹੀਦਾ? ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਕਈ ਮੈਥਾਡੋਨ ਵਰਗੀਆਂ ਦਵਾਈਆਂ ਦੇ ਦਿੱਤੀਆਂ ਨੇ ਜਾਂ ਬੁਪਰੋਫੀਨ ਦੇ ਦਿੱਤੀ। ਸੋ ਇੱਕ ਨਸ਼ਾ ਛਡਾਉਣ ਲਈ ਦੂਜਾ ਨਸ਼ਾ ਦੇਣਾ ਮੁਨਾਸਬ ਹੈ ਜੀ? ਆਪਾਂ ਜਿਹੜੀ ਹਾਰਮ ਰਿਡਕਸ਼ਨ ਸਟ੍ਰੈਟਜੀ ਦੀ ਗੱਲ ਕਰ ਰਹੇ ਸੀ, ਇਹ ਉਹਦਾ ਪਾਰਟ ਹੈ। ਪਰ ਮੈਂ ਬਿਫੋਰ ਆਈ ਸੇ ਦਾ ਇਹਨੂੰ ਮੈਂ ਆਨਸਰ ਕਰਾਂ, ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਸੀ, ਜਿਹੜੇ ਤੁਹਾਡੇ ਆਡੀਅנס ਦੇ ਪੁੱਛ ਰਹੇ ਸੀਗੇ ਜੀ ਉਸ ਪੇਸ਼ੈਂਟ ਜਿਹੜਾ ਡਿਨਾਇਲਸ ਹੋਏ, ਅਸੀਂ ਆਮ ਤੌਰ 'ਤੇ ਉਹਦਾ ਮੈਨੂੰ ਸੁਝਿਆ ਨਹੀਂ, ਆਮ ਤੌਰ 'ਤੇ ਜਿਹੜੇ ਇਹੋ ਜਿਹੇ ਫੈਮਿਲੀ ਮੈਂਬਰ ਸਾਨੂੰ ਅਪਰੋਚ ਕਰਦੇ ਉਹਨਾਂ ਨੂੰ ਇਹ ਵੀ ਕਹਿੰਦੇ ਕਿ ਜਿਸ ਤਰ੍ਹਾਂ ਕਿ ਸਪੋਰਟ ਗਰੁੱਪ ਪੇਸ਼ੈਂਟਸ ਦੇ ਹੁੰਦੇ ਆ, ਉਸ ਤਰ੍ਹਾਂ ਫੈਮਿਲੀ ਮੈਂਬਰਸ ਦੇ ਵੀ ਸਪੋਰਟ ਗਰੁੱਪ ਹੁੰਦੇ ਆ ਜੀ। ਤਾਂ ਇਹੋ ਜਿਹੇ ਸਪੋਰਟ ਗਰੁੱਪ ਨੂੰ ਜ਼ਰੂਰ ਸੀਕ ਆਊਟ ਕਰੋ, ਕਿਉਂਕਿ ਉੱਥੇ ਤੁਸੀਂ ਇਹੋ ਜਿਹੇ ਹੋਰ ਵੀ ਬਹੁਤ ਉਹਨਾਂ ਫੈਮਿਲੀ ਮੈਂਬਰਸ ਨੂੰ ਮਿਲੋਗੇ ਜਿਨ੍ਹਾਂ ਦੀ ਇਹ ਹੱਡ ਬੀਤੀ ਹੈ, ਅਤੇ ਉਹਨਾਂ ਦੇ ਜਿਹੜੇ ਸੁਝਾਅ ਜਾਂ ਜਿਹੜੇ ਉਹਨਾਂ ਦੇ ਸੁਜੈਸ਼ਨਸ ਹੋਣ, ਹੋ ਸਕਦਾ ਤੁਹਾਡੀ ਸਿਚੁਏਸ਼ਨ 'ਤੇ ਢੁਕਵੇਂ ਪਹਿਨਦੇ ਹੋਣ। ਆਪਾਂ ਇੱਕ ਕਾਲਰ ਹੋਰ ਲੈ ਲਈ ਡਾਕਟਰ ਸਾਹਿਬ। ਰਵੀ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਜਿਵੇਂ ਕੋਈ ਓਕੇਜਨਲੀ ਡਰੱਗ ਲੈਂਦਾ ਹੋਵੇ ਓਵਰ 2-3 years, ਤੇ ਉਹ ਮਤਲਬ ਆਪਣੀ ਵਿਲ ਪਾਵਰ ਦੇ ਨਾਲ ਛੱਡ ਸਕਦਾ? ਜੇ ਨਹੀਂ ਛੱਡ ਸਕਦਾ ਤੇ ਫਿਰ ਟ੍ਰੀਟਮੈਂਟ ਆਪਸ਼ਨਸ ਕੀ ਆ? ਡਾਕਟਰ ਸਾਹਿਬ। ਹਾਂਜੀ ਰਵੀ ਜੀ, ਇਹ ਇਟਸ ਅ ਗੁੱਡ ਕੁਐਸਚਨ। ਦੇਖੋ, ਆਪਾਂ ਜਿਹੜੀ ਐਡਿਕਸ਼ਨ ਦੀ ਬਿਮਾਰੀ ਇਹਨੂੰ ਵੀ ਜਿੱਦਾਂ ਆਮ ਹੋਰ ਵੀ ਕੋਈ ਬਿਮਾਰੀ ਉਹਨੂੰ ਮਾਈਲਡ, ਮੋਡਰੇਟ, ਸੀਵੀਅਰ ਕੈਟਾਗਰੀਜ਼ 'ਚ ਡਿਵਾਈਡ ਕਰਦੇ ਹਾਂ। ਅਤੇ ਜੇ ਤੁਸੀਂ ਕਿਸੇ ਐਸੇ ਦੀ ਪੇਸ਼ੈਂਟ ਦੀ ਗੱਲ ਕਰ ਰਹੇ ਹੋ ਜਿਹੜਾ ਕਿ ਓਕੇਜਨਲ ਡਰੱਗ ਯੂਜ਼ਰ ਹੈ, ਜਿਹਨੂੰ ਰੈਕਰੀਏਸ਼ਨਲ ਡਰੱਗ ਯੂਜ਼ਰ ਅਸੀਂ ਕਹਿੰਦੇ ਹਾਂ, ਅਤੇ ਉਹਦੇ ਨਾਲ ਉਹਨਾਂ ਨੂੰ ਫਿਜ਼ੀਕਲ ਹੈਲਥ ਕੌਨਸੀਕੁਐਂਸਿਸ ਲਿਮਿਟਿਡ ਹੈ, ਉਹਨਾਂ ਦੇ ਸੋਸ਼ਲ ਕੌਨਸੀਕੁਐਂਸਿਸ ਲਿਮਿਟਿਡ ਹੈ, ਉਹਨਾਂ ਦੀ ਨੌਕਰੀ ਕਾਇਮ ਹੈ ਫਾਈਨੈਂਸ਼ੀਅਲੀ, ਤਾਂ ਉਹਨੂੰ ਅਸੀਂ ਮਾਈਲਡ ਮੰਨਾਂਗੇ। ਪਰ ਇਹ ਕੋਈ ਗਾਰੰਟੀ ਨਹੀਂ ਹੈ ਜੀ ਕਿ ਉਹ ਤੋਂ ਅੱਗੇ ਪ੍ਰੋਗਰੈਸ ਨਹੀਂ ਹੋ ਸਕਦੀ, ਕਿਉਂਕਿ ਆਫਟਰ ਆਲ ਜਿਹੜੇ ਤੁਸੀਂ ਜਦੋਂ ਵੀ ਡਰੱਗ ਲੈਂਦੇ ਹੋ ਤੁਹਾਡੇ ਬ੍ਰੇਨ 'ਚ ਚੇਂਜਸ ਤਾਂ ਹੋ ਰਹੇ ਹੈ। ਸੋ ਇਸ ਕਰਕੇ ਇਹ ਸਗੋਂ ਬੈਸਟ ਪੜਾਅ ਹੁੰਦਾ ਕਿ ਜਦੋਂ ਤੁਸੀਂ ਇਸ ਮੌਕੇ 'ਤੇ ਆਪਣਾ ਡਿਨਾਇਲ ਛੱਡ ਕੇ ਇਹਦੇ ਬਾਰੇ ਤੁਸੀਂ ਟਰੀਟਮੈਂਟ ਦੀ ਆਪਣੇ ਡਾਕਟਰ ਨਾਲ ਗੱਲ ਕਰੋ। ਜਿਹੜੀ ਟਰੀਟਮੈਂਟ ਅਪਰੋਚ ਉਹ ਡਿਪੈਂਡ ਕਰੇਗੀ ਜੀ ਕਿ ਕਿਹੜੀ ਡਰੱਗ ਇਨਵੋਲਵਡ ਹੈ। ਮਤਲਬ ਸਿਰਫ ਆਪਾਂ ਤੰਬਾਕੂ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਤਰ੍ਹਾਂ ਦਾ ਟਰੀਟਮੈਂਟ ਹੈ, ਸ਼ਰਾਬ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਤਰ੍ਹਾਂ ਦਾ, ਅਤੇ ਅਕਸਰ ਬਹੁਤ ਸਾਰੇ ਕੇਸਿਸ ਤਾਂ ਮਲਟੀਪਲ ਚੀਜ਼ਾਂ ਇਕੱਠੀਆਂ ਹੁੰਦੀਆਂ, ਵੀ ਤੰਬਾਕੂ ਅਤੇ ਸ਼ਰਾਬ ਵੀ ਸ਼ਾਮਿਲ ਹੈ ਨਾਲ। ਪਰ ਅਕਸਰ ਜਿਹੜੀ ਉਹ ਸੀ ਵੀ ਇੱਕ ਡਰੱਗ ਛਡਾਉਣ ਲਈ ਮੈਥਾਡੋਨ ਦੇ ਦਿਓ, ਕੀ ਇਹ ਮੁਨਾਸਬ ਹੈ ਵੀ ਇੱਕ ਡਰੱਗ ਛਡਾਉਣ ਨੂੰ ਦੂਜੀ ਦੇ ਦਿੱਤੀ ਜਾਏ? ਹਾਂਜੀ, ਜਿਹਦਾ ਆਪਾਂ ਹਾਰਮ ਰਿਡਕਸ਼ਨ ਸਟ੍ਰੈਟਜੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ, ਜਿਹਨੂੰ ਆਪਾਂ ਮੰਨ ਕੇ ਚੱਲੀਏ ਵੀ ਆਪਾਂ ਜਿਹੜਾ ਪੇਸ਼ੈਂਟ ਹੈ ਵੀ ਹੈਵ ਟੂ ਮੀਟ ਦੈਮ ਇਨ ਦ ਇਨੀਸ਼ੀਅਲ ਫੇਜ਼ ਜਿੱਥੇ ਉਹ ਪੇਸ਼ੈਂਟ ਹੈਗਾ, ਤਾਂ ਇਹ ਢੁਕਵੀਂ ਸਟ੍ਰੈਟਜੀ ਹੈ ਜੀ। ਦੇਖੋ, ਜੇ ਇਕੱਲਾ ਪੇਸ਼ੈਂਟ ਸਿਰਫ ਵਿਲ ਪਾਵਰ ਨਾਲ ਛੱਡ ਸਕਦਾ ਹੁੰਦਾ
ਤਾਂ ਆਈ ਥਿੰਕ ਕੋਈ ਵੀ ਮਤਲਬ ਮੈਂ ਜਦੋਂ ਰੋਸ਼ਨੀ ਕਲੀਨਿਕ 'ਚ ਕੰਮ ਕੀਤਾ ਤਕਰੀਬਨ 85 ਤੋਂ 90% ਲੋਕ ਜੈਨੂਅਨਲੀ ਵਿਸ਼ ਕਰਦੇ ਸੀ ਕਿ ਆਈ ਵਿਸ਼ ਆਈ ਹੈਡ ਨੈਵਰ ਸਟਾਰਟਡ ਇਟ, ਆਈ ਵਿਸ਼ ਕਿ ਮੈਂ ਇਹਨੂੰ ਛੱਡ ਸਕਾਂ। ਸੋ ਇਹਦੇ 'ਚ ਇਹ ਨਹੀਂ ਹੈ ਕਿ ਉਹਨਾਂ ਨੂੰ ਕੋਗਨੀਟਿਵਲੀ ਸਮਝ ਨਹੀਂ ਹੈ ਕਿ ਮੇਰੇ ਲਈ ਇਹ ਮਾੜੀ ਚੀਜ਼ ਹੈ, ਪਰ ਉਸ ਤੋਂ ਬਾਅਦ ਦੇ ਨੀਡ ਦਾ ਐਕਸਟਰਾ ਹੈਲਪ। ਸੋ ਇਹਦੇ 'ਚ ਕੋਈ ਮੇਰਾ ਖਿਆਲ ਸ਼ਰਮ ਦੀ ਗੱਲ ਨਹੀਂ। ਜੇ ਆਪਾਂ ਇਹਨੂੰ ਕ੍ਰੋਨਿਕ ਡਿਜ਼ੀਜ਼ ਮੰਨ ਕੇ ਚੱਲੀਏ ਤਾਂ ਐਟ ਦੈਟ ਪੁਆਇੰਟ ਆਈ ਫੀਲ ਇਟ ਸ਼ੁੱਡ ਬੀ ਅ ਸਟ੍ਰੈਟਜੀ ਕਿ ਜਿਹਨੂੰ ਆਪਾਂ ਲੈ ਕੇ ਆਪਾਂ ਉਹਨਾਂ ਨੂੰ ਉਸ ਵਕਤ ਫਿਰ ਬਾਕੀ ਦੀਆਂ ਸਪੋਰਟਸ ਉਹਦੇ ਆਸ-ਪਾਸ ਰੈਪ ਅਰਾਊਂਡ ਕਰੀਏ ਤਾਂ ਕਿ ਉਹਨਾਂ ਦਾ ਬਾਕੀ ਦਾ ਹੈਲਥ ਕੇਅਰ ਠੀਕ ਹੋਏ। ਉਸ ਤੋਂ ਬਾਅਦ ਉਹਨਾਂ ਨੂੰ ਫਾਈਨੈਂਸ਼ੀਅਲੀ ਜਿਹੜੀ ਉਹ ਇੰਡੀਪੈਂਡੈਂਸ ਉਹਨਾਂ ਦੀ ਖੁੰਝ ਗਈ ਸੀ, ਹੁਣ ਉਹ ਦੁਬਾਰਾ ਆਏ ਉਹਨਾਂ ਦੀ ਲਾਈਫ। ਫਿਰ ਆਪਾਂ ਇਹਨੂੰ ਹੌਲੀ ਹੌਲੀ ਵੀ ਟਰਾਈ ਟੂ ਟੇਪਰ ਦੈਮ ਆਫ। ਇਨ ਬਹੁਤ ਸਾਰੇ ਕੇਸਿਸ ਤਾਂ ਆਪਾਂ ਸਕਸੈਸਫੁਲ ਹੋ ਜਾਂਦੇ ਹਾਂ, ਪਰ ਕੁਛ ਐਸੇ ਕੇਸ ਹੈਗੇ ਆ ਜਿਨ੍ਹਾਂ 'ਚ ਬਹੁਤ ਥੋੜ੍ਹੀ ਡੋਜ਼ 'ਤੇ ਇਹ ਕਾਫੀ ਦੇਰ ਚੱਲਦੀ ਰਹਿੰਦੀ ਹੈ। ਅਤੇ ਇੱਕ ਤਰ੍ਹਾਂ ਦਾ ਕੁਛ ਲੋਕ ਇਹਨੂੰ ਕਹਿੰਦੇ ਆ ਕਿ ਮੇ ਬੀ ਇਜ਼ ਜਸਟ ਅ ਵੇ ਆਫ ਸਪੋਰਟਿੰਗ ਜਿਹੜੀ ਸਾਈਕੋਲੋਜੀਕਲ ਡਿਪੈਂਡੈਂਸ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਉਹਦਾ ਮੇਰਾ ਖਿਆਲ ਓਵਰਆਲ ਜਿਹੜਾ ਹੈਲਥ 'ਤੇ ਨੈਗੇਟਿਵ ਕੌਨਸੀਕੁਐਂਸ ਉਹ ਬਹੁਤ ਘੱਟ ਹੈ। ਅਤੇ ਇਸ ਕਰਕੇ ਮੈਡੀਸਨ ਦੇ ਹਿਸਾਬ ਨਾਲ ਇਹਨੂੰ ਕੋਈ ਮਾੜੀ ਸਟ੍ਰੈਟਜੀ ਨਹੀਂ ਮੰਨਿਆ ਜਾਂਦਾ। ਇਨਫੈਕਟ ਫਰਾਂਸ ਤੋਂ ਸਾਡੇ ਕੋਲ ਹੁਣ ਕੇਸ ਰਿਪੋਰਟਾਂ ਹੈਗੀਆਂ। ਇੱਕ ਦਵਾਈ ਆ ਬਿਊਪਰੋਨੋਰਫਿਨ, ਸਬੋਕਸਨ ਜਿਹਨੂੰ ਕਹਿੰਦੇ ਆ, ਜਿਹੜੀ ਕਿ ਉੱਥੇ ਪਹਿਲਾਂ ਆ ਗਈ ਸੀਗੀ, ਅਤੇ ਉੱਥੇ ਹੁਣ ਕੇਸ ਰਿਪੋਰਟਾਂ ਹੈਗੀਆਂ ਜਿਨ੍ਹਾਂ ਲੋਕਾਂ ਨੇ 33-34 ਸਾਲਾਂ ਤੋਂ ਯੂਜ਼ ਕਰ ਰਹੇ ਆ, ਬਹੁਤ ਹੀ ਲੋ ਡੋਜ਼। ਅਤੇ ਉਹਨਾਂ ਦੇ ਜਦੋਂ ਹੈਲਥ ਸਟੈਟਿਸਟਿਕਸ ਦਾ ਐਨਾਲਿਸਿਸ ਕੀਤਾ ਉਹਨਾਂ ਨੇ, ਤਾਂ ਉਹਨਾਂ ਨੇ ਦੇਖਿਆ ਕਿ ਦੇ ਆਰ ਨਾਟ ਐਨੀ ਡਿਫਰੈਂਟ ਫਰੋਮ ਐਨੀ ਪਰਸਨ ਆਫ ਦੈਟ ਪਰਟੀਕੂਲਰ ਏਜ ਗਰੁੱਪ। ਚੰਗੀ ਨਿਊਜ਼ ਹੈ ਜੀ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ। ਥੈਂਕ ਯੂ। ਥੈਂਕ ਯੂ ਫॉर ਇਨਵਾਈਟਿੰਗ ਮੀ, ਆਈ ਅਪਰੀਸ਼ੀਏਟ ਇਟ। ਥੈਂਕਸ। ਸਤਿ ਸ਼੍ਰੀ ਅਕਾਲ। Red FM